ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। 15ਵਾਂ ਅਧਿਆਇ ਦੋਹਰਾ। ਖੋਲ ਕਲੰਕ ਕਿਸ ਕੇ ਨਹੀਂ, ਬਿਆਦ ਪੀਰ ਬਿਨ ਕੌਣ। ਦੁਖ ਕਿਸ ਕੋ ਪ੍ਰਾਪਤ ਨਹੀਂ, ਸਦਾ ਸੁਖੀ ਕਹ ਕੌਣ। ਕੋਲ ਕਲੰਕ ਬਿਨ ਕੋਲ ਕਲੰਕ ਕਿਸ ਕੇ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਨਾਲ ਚਾਣਕ ਰਿਸ਼ੀ ਜੀ ਦੇ ਬਣਾਏ ਹੋਏ ਗ੍ਰੰਥ ਚਾਣਕ ਰਾਜਨੀਤੀ ਦਾ ਅੱਜ 15ਵਾਂ ਅਧਿਆਇ ਪ੍ਰਾਰੰਭ ਕਰ ਰਹੇ ਹਾਂ। 14 ਅਧਿਆਇ ਸੰਪੂਰਨ ਜਿਹੜੇ ਹੋ ਚੁੱਕੇ ਆ। ਅੱਜ 15ਵੇਂ ਅਧਿਆਇ ਦੀ ਜਿਹੜੀ ਵਿਚਾਰ ਆ ਉਹ ਆਪਾਂ ਕਰੀਏ ਜੀ। 15ਵਾਂ ਅਧਿਆਇ ਦੋਹਰਾ ਛੰਦ। ਅੱਗੇ ਬੜੇ ਸ੍ਰੇਸ਼ਟਤਾਈ ਨਾਲ ਵੀ ਸੰਸਾਰ ਵਿੱਚ ਸੁਖੀ ਨਹੀਂ ਹੈ ਕੋਈ। ਜਿਹੜਾ ਸਰੀਰ ਕਰਕੇ ਆਇਆ ਉਹਨੂੰ ਕੁਝ ਨਾ ਕੁਝ ਤੇ ਪ੍ਰਾਪਤ ਹੋਇਆ ਹੀ, ਚੰਗਾ ਵੀ ਹੋਇਆ ਤੇ ਉਹਦੇ ਨਾਲ ਮਾੜਾ ਵੀ ਹੋਇਆ, ਉਹਦਾ ਹੀ ਅੱਗੇ ਖੋਲ ਰਹੇ ਹਨ। ਕੋਲ ਕਲੰਕ ਕਿਸ ਕੇ ਨਹੀਂ। ਆਂਦੇ ਵੀ ਹੈ ਭਾਈ, ਦੁਨੀਆ ਦੇ ਵਿੱਚ ਅਜਿਹਾ ਕਿਹੜਾ ਖਾਨਦਾਨ ਆ, ਕਿਹੜਾ ਪਰਿਵਾਰ ਆ, ਕਿਹੜਾ ਵੰਸ਼ ਆ, ਕਿਹੜਾ ਕੁਲ ਆ ਜਿਸ ਨੂੰ ਕੋਈ ਦੋਸ਼ ਨਹੀਂ ਲੱਗਾ। ਦੋਸ਼ ਤੇ ਸਭ ਨੂੰ ਲੱਗਾ, ਕੋਈ ਨਾ ਕੋਈ ਕਮੀ ਤੇ ਕਿਸੇ ਵਿੱਚ ਹੈ ਹੀ ਆ। ਕਿਸ ਕੇ ਨਹੀਂ। ਕੁਲ ਦੀ ਜਿਹੜੀ ਦੁਨੀਆ ਵਿੱਚ ਕਿਸ ਦੇ ਜਿਹੜਾ ਨਾ ਕੁਲ ਨੂੰ ਕਲੰਕ ਦੋਸ਼ ਨਹੀਂ ਲੱਗਾ ਹੈ, ਅਥਵਾ ਸਭ ਨੂੰ ਲੱਗਿਆ ਹੋਇਆ ਕੋਈ ਨਾ ਕੋਈ ਕਮੀ ਹੈ ਹੀ। ਬਿਆਦ ਪੀਰ ਬਿਨ ਕੌਣ। ਫਿਰ ਬਿਆਦ ਰੋਗ ਤੇ ਪੀਰ ਕਹੀਏ ਪੀੜਾ। ਰੋਗ ਤੇ ਪੀੜਾ ਤੋਂ ਬਿਨ ਬਗੈਰ ਕੌਣ ਕਿਹੜਾ ਹੈ, ਭਾਵ ਕੋਈ ਨਹੀਂ। ਕਿਹੜਾ ਸਰੀਰ ਐਸਾ ਜਿਸ ਨੂੰ ਕੋਈ ਬਿਆਦ ਬਿਮਾਰੀ ਨਹੀਂ ਹੈ, ਕੋਈ ਰੋਗ ਪੀੜਾ ਨਹੀਂ ਹੈ। ਰੋਗ ਪੀੜਾ ਤੋਂ ਬਿਮਾਰੀ ਤੋਂ ਬਿਨਾਂ ਕੌਣ ਹੈ, ਕਿਹੜਾ ਸਰੀਰ ਹੈ, ਕੋਈ ਨਹੀਂ ਹੈ। ਦੁੱਖ ਸੁੱਖ ਤੇ ਸਰੀਰ ਦੇ ਨਾਲ ਹੀ ਹੈ। ਸਗਲ ਰੋਗ ਕੋ ਕਾਰਨ ਦੇ, ਇੱਥੋਂ ਹੀ ਸਿੱਧ ਹੋ ਜਾਂਦਾ ਜਿਵੇਂ ਵਿਚਾਰ ਸਾਗਰ 'ਚ ਆਉਂਦਾ। ਸਾਰੇ ਰੋਗਾਂ ਦਾ ਜਿਹੜਾ ਕਾਰਨ ਆ ਉਹ ਤੇ ਕਾਰਨ ਸਰੀਰ ਹੈ। ਭਾਵ ਜਦੋਂ ਕਾਰਨ ਸਰੀਰ ਤੋਂ ਇਹ ਸਰੀਰ ਹੀ ਬਣ ਗਿਆ ਤੇ ਰੋਗ ਤੇ ਆਟੋਮੈਟਿਕਲੀ ਹੋ ਗਿਆ। ਇਸ ਕਰਕੇ ਵੀ ਕੋਈ ਕਿਹੜਾ ਸਰੀਰ ਆ, ਕੌਣ ਆ ਬਿਨਾਂ ਬਿਆਦ ਬਿਮਾਰੀ ਤੇ ਰੋਗ ਤੇ ਪੀਰ ਕੀ ਪੀੜਾ ਦਰਦ ਤੋਂ, ਕੁਝ ਨਾ ਕੁਝ ਤੇ ਹੈ ਹੀ। ਦੁੱਖ ਕਿਸ ਕੋ ਪ੍ਰਾਪਤ ਨਹੀਂ। ਫਿਰ ਕੋਈ ਅਜਿਹਾ ਬੰਦਾ ਨਹੀਂ ਆ ਸੰਸਾਰ ਵਿੱਚ ਜਿਹਨੂੰ ਦੁੱਖ ਨਹੀਂ ਪ੍ਰਾਪਤ ਹੋਇਆ। ਕਿਸ ਕੋ, ਕਿਸ ਨੂੰ ਭਾਈ ਦੁਨੀਆ ਵਿੱਚ ਆ ਕੇ ਤੇ ਦੁੱਖ ਪ੍ਰਾਪਤ ਨਹੀਂ ਹੋਇਆ, ਨਹੀਂ ਮਿਲਿਆ ਹੈਗਾ। ਕੋਈ ਬੰਦਾ ਕੱਢ ਕੇ ਵਿਖਾਓ ਜਿਹਨੂੰ ਸਰੀਰਕ ਤੌਰ ਤੇ ਦੁੱਖ ਨਹੀਂ ਮਿਲਿਆ। ਕਿਉਂਕਿ ਦੁੱਖ ਸੁੱਖ ਦੋਏਦਾਰ ਕੱਪੜੇ, ਸਰੀਰ ਦੁੱਖ ਸੁੱਖ ਦਾ ਕੱਪੜਾ ਹੈ ਹੀ। ਸਦਾ ਸੁਖੀ ਕਹੋ ਕੌਣ। ਫਿਰ ਹਮੇਸ਼ਾ ਸਦਾ ਕੀ ਹਮੇਸ਼ਾ ਸੁਖੀ, ਉਹ ਵੀ ਜਿਹੜਾ ਕੌਣ ਹੈ, ਕੌਣ ਹੈ ਸੁਖੀ ਕਹੋ ਕਹੀਏ ਦੱਸੋ ਫਿਰ ਸਦਾ ਸੁਖੀ ਵੀ ਕੌਣ ਹੈ। ਇਸ ਸੰਸਾਰ ਦੇ ਵਿੱਚ ਦੁੱਖ ਕਿਸ ਮੁੱਖ ਨੂੰ ਪ੍ਰਾਪਤ ਨਹੀਂ ਹੋਇਆ
ਤੇ ਕਹੋ ਕਹੀਏ ਦੱਸੋ ਫਿਰ ਹਮੇਸ਼ਾ ਵਾਸਤੇ ਵੀ ਸੁਖੀ ਰਿਹਾ ਹੋਵੇ ਉਹ ਕੌਣ ਕਿਹੜਾ ਸੰਸਾਰ ਅੰਦਰ ਜਿਹੜਾ ਨਾ ਕੋਈ ਵਿਰਲਾ ਹੀ ਮਨੁੱਖ ਹੈ ਜੋ ਦੋਸ਼ਾਂ ਰੋਗ ਪੀੜਾਂ ਆਦਿ ਰਹਿਤ ਅਤੇ ਸੁਖੀ ਹੋਵੇ। ਪਰ ਐਸਾ ਕੋਈ ਨਹੀਂ ਹੈ, ਸਭ ਦੁਖੀ ਹੀ ਹਨ। ਨਾਨਕ ਦੁਖੀਆ ਸਭ ਸੰਸਾਰ। ਗੁਰਬਾਣੀ 'ਚ ਵੀ ਕਹਿੰਦੇ ਆ, ਵੱਡੇ ਵੱਡੇ ਅਵਤਾਰਾਂ ਨੇ ਆ ਕੇ ਕਸ਼ਟ ਝੱਲੇ। ਸੰਸਾਰ ਅੰਦਰ ਬੜੇ ਬੜੇ ਖਾਨਦਾਨ ਆ ਜੋ ਦੋਸ਼ੀ ਗੁਨਾਹੀ ਠਹਿਰਾਏ ਗਏ ਆ। ਕੋਈ ਨਾ ਕੋਈ ਤੇ ਕਲੰਕ ਦਾਗ ਤੇ ਲੱਗਦਾ ਹੀ ਲੱਗਦਾ ਨਾ, ਭਾਵੇਂ ਸੰਸਾਰ ਵੱਲੋਂ ਲੱਗ ਜੇ। ਤੇ ਵਿਆਦ ਪੀਰ ਬਿਨ ਕੌਣ, ਕੋਈ ਜਿਹਾ ਸਰੀਰ ਨਹੀਂ ਆ ਦਿਸਦਾ ਜਿਹੜਾ ਰੋਗ ਪੀੜਾ ਤੋਂ ਬਿਨਾ ਹੋਵੇ। ਕੌਣ ਹੈ ਐਸਾ? ਕੋਈ ਨਹੀਂ। ਦੁੱਖ ਕਿਸ ਕੋ ਪ੍ਰਾਪਤ ਨਹੀਂ, ਜਰਾ ਪੁੱਛ ਕੇ ਤਾਂ ਵੇਖੋ। ਦੁੱਖ ਕਿਸ ਨੂੰ ਪ੍ਰਾਪਤ ਨਹੀਂ ਹੋਇਆ ਸੰਸਾਰ ਵਿੱਚ ਆਇਆ ਜੋ ਹੈ, ਦੁੱਖ ਤੋਂ ਨਹੀਂ ਕੋਈ ਬਚਿਆ। ਇਹ ਸਰੀਰ ਰੂਪੀ ਕੱਪੜਾ ਹੀ ਦੁੱਖ ਦਾ ਹੈ। ਸਦਾ ਸੁਖੀ ਕਹੋ ਕੌਣ, ਅਤੇ ਸਦਾ ਸੁਖੀ ਕੋਈ ਰਿਹਾ ਹੋਵੇ ਐਸਾ ਕੌਣ ਆ? ਕਹੋ ਕਿ ਇਹ ਦੱਸੋ ਭਾਈ, ਐਸਾ ਨਹੀਂ ਹੋ ਸਕਿਆ। ਇਹ ਤੇ ਦੁੱਖ ਸੁੱਖ ਦੋਵੇਂ ਸਰੀਰ ਦੇ ਨਾਲ ਹੀ ਆ। ਨਿਰਪਤ ਮਿੱਤਰ ਕਾਹੂ ਨਹੀਂ, ਨਿਰਪਤ ਰਾਜਾ ਨਿਰਮਿੱਤਰ ਦੋਸਤ ਕਾਹੂ ਕਹੀਏ ਕਿਸੇ ਦਾ ਵੀ ਨਹੀਂ। ਨਹੀਂ ਕਾਹੂ ਕਹੀਏ ਕਿਸੇ ਦਾ ਵੀ। ਨਿਰਪਤ ਮਿੱਤਰ ਕਾਹੂ ਨਹੀਂ। ਕਹਿੰਦੇ ਰਾਜਨੀਤੀ ਜਿਹੜੀ ਇਹੋ ਜਿਹੀ ਚੀਜ਼ ਆ, ਰਾਜਨੀਤੀ ਲੇਖਕ ਚਾਣਕੇ ਰਿਸ਼ੀ ਜੀ ਮੁਤਾਬਕ ਜਿਹੜੇ ਹਕੂਮਤ ਆ ਨਾ, ਰਾਜੇ ਲੋਕ ਆ, ਰਾਜ ਦੇ ਮਾਲਕ ਕਦੇ ਕਿਸੇ ਦੇ ਸੱਜਣ ਨਹੀਂ ਬਣਦੇ। ਦੁਨਿਆਵੀ ਤੌਰ ਤੇ ਪ੍ਰਤਾਖੀ ਗੱਲ ਆ, ਜਨਕ ਰਾਜਾ ਬੜਾ ਨੇਕ ਸੀ, ਰਾਜੇ ਨੇਕ ਵੀ ਧਰਮੀ ਵੀ ਹੋਏ। ਇੱਥੇ ਉਹ ਧਰਮ ਦੀ ਤੇ ਗੱਲ ਤੁਸੀਂ ਛੱਡ ਦੋ ਨਾ, ਇੱਥੇ ਰਾਜਨੀਤੀ ਦੀ ਗੱਲ ਕਰੋ, ਰਾਜਨੀਤੀ ਮੁਤਾਬਕ ਗੱਲ ਕਰੋ। ਰਾਜਨੀਤੀ ਮੁਤਾਬਕ ਬਿਲਕੁਲ ਸਹੀ ਲਿਖਿਆ ਵਾ ਵੀ ਨਿਰਪਤ ਜਿਹੜੇ ਰਾਜੇ ਲੋਕ ਆ ਨਾ, ਜਿਹੜੇ ਅੱਜ ਕੱਲ੍ਹ ਸਮਝ ਲਓ ਮੰਤਰੀਆਂ ਤੋਂ ਹੀ ਕਾਹੂ, ਇਹ ਕਿਸੇ ਦੇ ਵੀ ਮਿੱਤਰ ਮੁੱਤਰ ਸੱਜਣ ਨਹੀਂ ਹੈਗੇ, ਦੋਸਤ ਨਹੀਂ ਹੈ ਕਿਸੇ ਦੇ ਹੈਗੇ ਵੀ ਉਹਦੇ ਨਾਲ ਬੜੀ ਯਾਰੀ। ਇਹ ਤੇ ਉੱਲੂ ਸਿੱਧਾ ਕਰਦੇ ਆਪਣਾ। ਸਰਪ ਨਾ ਨਿਰਭਿਖ ਹੋਏ, ਤੇ ਸੱਪ ਜਿਹੜਾ ਵਾ ਉਹ ਕਦੇ ਨਿਰਭਿਖ ਜ਼ਹਿਰ ਤੋਂ ਬਿਨਾ ਨਹੀਂ ਹੁੰਦਾ। ਹੋਏ ਕਹੀਏ ਹੁੰਦਾ, ਜਾਂ ਏਦਾਂ ਲਾ ਲਓ ਵੀ ਜਿਵੇਂ ਸੱਪ ਜ਼ਹਿਰ ਤੋਂ ਬਿਨਾ ਨਹੀਂ ਹੁੰਦਾ, ਇਵੇਂ ਰਾਜੇ ਲੋਕ ਵੀ ਕਿਸੇ ਦੇ ਨਹੀਂ ਬਣਦੇ। ਠੀਕ ਹੈ ਨਾ। ਸ਼ੁੱਧ ਨਾਰ ਕੋ ਨਹੀਂ, ਸ਼ੁੱਧ ਪਵਿੱਤਰ ਇਸਤਰੀ ਕਦੇ ਪਵਿੱਤਰ ਨਹੀਂ ਮੰਨੀ ਗਈ। ਇਸੇ ਪ੍ਰਕਾਰ ਹਿੰਦੂ ਮਤ ਅਨੁਸਾਰ ਹੀ ਤੁਸੀਂ ਲਾ ਲਓ, ਕਹੀਏ ਕੋਈ ਵੀ ਜਿਹੜੀ ਨਾਰ ਇਸਤਰੀ ਆ ਨਾ, ਉਹ ਸ਼ੁੱਧ ਪਵਿੱਤਰ ਨਹੀਂ ਮੰਨੀ ਗਈ। ਗੁਰਬਾਣੀ ਵਿੱਚ ਸਤਿਕਾਰ ਤੇ ਹੈਗਾ ਹੀ ਆ, ਪਰ ਜੇ ਪ੍ਰਮਾਣ ਤੌਰ ਤੇ ਲਾਈਏ, ਗੁਰੂ ਸਾਹਿਬ ਕਹਿੰਦੇ ਜੋ ਜੋਰੂ ਸਿਰ ਨਾਵਣੀ ਆਵੇ ਵਾਰੋ ਵਾਰ, ਵੀ ਜਿਵੇਂ ਜੋਰੂ ਇਸਤਰੀ ਦੇ ਸਿਰ ਦੇ ਉੱਪਰ ਬਾਰ-ਬਾਰ ਉਹ ਮਹਾਂਵਾਰੀ ਆਉਂਦੀ ਹੈ ਨਾ, ਉਹ ਮਹਾਂਵਾਰੀ ਤਾਂ ਸਭ ਨੂੰ ਆਉਂਦੀ, ਉਸ ਪੱਖ ਨੂੰ ਲੈਣਾ। ਇੱਥੇ ਕੋਈ ਵੀ ਨਾਰੀ ਸ਼ੁੱਧ ਪਵਿੱਤਰ ਨਹੀਂ ਆ, ਉਹ ਪੱਖ ਨਾਲ ਜ਼ਰੂਰ ਚੱਲਣਾ। ਉਹ ਪੱਖ ਨਾਲ ਚਾਣਕੇ ਰਿਸ਼ੀ ਦਾ ਬਿਲਕੁਲ ਸ਼ਬਦ ਵਚਨ ਸਹੀ ਆ। ਹਾਂਜੀ, ਮਹਾਰਾਜ ਨੇ ਕਹਿਣਾ ਵੀ ਉਹ ਇਸਤਰੀ ਦੇ ਜੋਰੂ ਸਰਨਾਵਣੀ ਆਵੇ ਵਾਰੋ ਵਾਰ, ਝੂਠੇ ਝੂਠਾ ਮੁਖ ਵਸੈ ਨਿਤਰਿਤ ਹੋਏ ਖੁਆਰ, ਸੂਚੇ ਹਨ ਆਖੀ ਹੈ ਪਹਿਣ ਜੇ ਪਿੰਡਾ ਧੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਨਾਮ ਵਾਲੇ ਸੱਚੇ ਆ, ਪਿੰਡੇ ਧੋਣ ਵਾਲੇ ਸੱਚੇ ਨਹੀਂ। ਉਹ ਸਭ ਨੂੰ ਕਿਹਾ ਵੀ ਜਿਵੇਂ ਇਸਤਰੀ ਨੂੰ ਵੀ ਉਹ ਮਾਹਵਾਰੀ ਆਉਂਦੀ ਹੈ ਤਾਂ ਉਹ ਪਵਿੱਤਰ ਮੰਨੀ ਗਈ, ਇਸੇ ਤਰ੍ਹਾਂ ਉਹ ਵੀ ਲੋਕ ਅਪਵਿੱਤਰ ਆ ਜਿਹੜੇ ਪਰਮੇਸ਼ਰ ਦਾ ਜਿਨ੍ਹਾਂ ਦੇ ਅੰਦਰ ਨਾਮ ਨਹੀਂ ਵਸਿਆ। ਨਾਮ ਦੇ ਨਾਲ ਮਨ ਦੀ ਵਿਕਾਰਾਂ ਦੀ ਮੈਲ ਚਲੀ ਜਾਂਦੀ ਹੈ।
ਫਿਰ ਉਹ ਮਹਾਨ ਹੁੰਦੇ ਆ। ਸੋ ਆਪਾਂ ਜਿਹੜੀ ਆ ਸਿਰਨਾਮਣੀ ਦੇ ਹਿਸਾਬ ਨਾਲ ਇੱਥੇ ਅਰਥ ਲਾਉਣਾ ਇਸਤਰੀ ਮਾਈ ਦੇ। ਯਹ ਜਾਨਤ ਸਭ ਕੋਏ, ਜਈਆ ਹਾ ਪਾਠ ਯਹ ਇਹ ਜਿਹੜੀ ਗੱਲ ਆ, ਇਸ ਗੱਲ ਨੂੰ ਹਰੇਕ, ਸਭ ਕਹੀਏ ਸਾਰੇ, ਕੋਈ ਕਹੀਏ ਕੋਈ ਸਭ, ਕੋਈ ਜਾਣਤ ਜਾਣਦੇ ਆ, ਸਾਰੇ ਜਾਣਦੇ ਆ, ਕਿਉਂਕਿ ਹਰ ਮਹੀਨੇ ਉਹ ਮਹਾਂਵਾਰੀ ਆਉਣੇ ਕਰਕੇ ਮਲੀਨ ਹੁੰਦੀ ਆ, ਕਿਰਿਆ ਦੇ ਆਧਾਰ ਤੇ ਕਿਆ ਮਲੀਨ, ਤੇ ਉਹਦੇ ਮੁਤਾਬਕ ਆਪਾਂ ਇੱਥੇ ਸ਼ੁੱਧ ਜਿਹੜਾ ਚਾਣਕ ਰਿਸ਼ੀ ਦਾ ਜਿਹੜਾ ਬਚਨ ਮੰਨਣਾ। ਹਾਂਜੀ, ਗੁਰੂ ਸਾਹਿਬ ਸਤਿਕਾਰ ਕੀਤਾ, ਪੱਖ ਹੁੰਦਾ ਹਰੇਕ ਗੱਲ ਦਾ। ਇੱਥੇ ਪਵਿੱਤਰਤਾ ਦੀ ਗੱਲ ਦੀ ਜਿੰਨੀ ਗੱਲ ਕੀਤੀ ਆਪਾਂ ਉਨੀ ਗੱਲ ਕਰਨੀ। ਬਖੇੜਾ ਨਹੀਂ ਖੜਾ ਕਰਕੇ ਬਹਿ ਜਾਣਾ, ਲੋਕ ਤੇ ਬਖੇੜਾ ਹੀ ਖੜਾ ਕਰਕੇ ਬਹਿ ਜਾਂਦੇ, ਇਹੋ ਨਹੀਂ ਮੰਨਦੇ ਚਾਣਕੇ ਦੀ ਗੱਲ, ਪੜ੍ਹ ਵੀ ਜਾਣਾ ਆਪਾਂ, ਉਹ ਇੱਕੋ ਪੱਖ ਲੈਣਾ, ਵੱਧ ਨਹੀਂ ਲੈਣਾ। ਇੱਥੇ ਰਿਪਤ ਮਿੱਤਰ ਕਾਹੂ ਨਹੀਂ, ਰਾਜੇ ਲੋਕ ਕਿਸੇ ਵਾਲੇ ਮਿੱਤਰ ਦਾ ਫਰਮਾਨ ਵੀ ਭੇਜਦੇ ਹਨ ਤਾਂ ਉਹਨਾਂ ਦੀ ਚਾਲ ਹੁੰਦੀ ਆ। ਮਿੱਤਰ ਮੁੱਤਰ ਕਿਸੇ ਦੇ ਨਹੀਂ ਹੁੰਦੇ, ਲੋਕਾਂ ਕੋਲ ਵੋਟਾਂ ਲੈ ਕੇ ਫਿਰ ਥਾਣੇ ਸੁੱਟਦੇ ਹੁੰਦੇ ਜਿਹਦੇ ਰਾਹੀਂ ਲਈਆਂ ਹਨ ਵੀ ਇਹ ਮੰਗੇ ਨਾ ਕੁਝ। ਹੁਣ ਸੱਪ ਨੂੰ ਜਿੰਨਾ ਮਰਜ਼ੀ ਦੁੱਧ ਪਿਆਓ ਮਿੱਤਰ ਨਹੀਂ ਬਣਦਾ, ਡੰਗ ਡੁੰਗ ਜ਼ਰੂਰ ਮਾਰ ਦਿੰਦਾ। ਕੋਈ ਇਸਤਰੀ ਪਵਿੱਤਰ ਨਹੀਂ ਆ ਮਹਾਂਮਾਰੀ ਕਰਕੇ। ਤੇ ਯਹ ਜਾਨਤ ਸਭ ਕੋਏ, ਇਸ ਗੱਲ ਨੂੰ ਯਹ ਕਹੀਏ, ਇਹ ਗੱਲ ਨੂੰ ਸਾਰੇ ਸਭ ਕੋਈ ਜਾਣਦਾ ਹੈ। ਇਤਿਹਾਸ ਗਵਾਹ ਆ, ਆਪਾਂ ਕੀ ਦੂਰ ਜਾਣਾ ਕਿ ਬਾਦਸ਼ਾਹ ਕਦੇ ਕਿਸੇ ਦੇ ਮਿੱਤਰ ਨਹੀਂ ਬਣੇ। ਮਜਬੂਰੀ ਵਸ ਹੋ ਕੇ ਉਹਨਾਂ ਨੂੰ ਸਮਝੌਤਾ ਕਰਨਾ ਵੀ ਜੇ ਪੈ ਗਿਆ ਵਾ ਤਾਂ ਬਹੁਤਾ ਚਿਰ ਨਹੀਂ ਚੱਲਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖ ਸੰਗਤਾਂ ਤੇ ਆਮ ਲੋਕਾਂ ਦੇ ਵਿਦਰੋਹ ਤੋਂ ਡਰਦਿਆਂ ਜਿਹੜਾ ਜਹਾਂਗੀਰ ਸੀ ਉਹਨੇ ਸਮਝੌਤਾ ਕੀਤਾ ਵੀ ਤਾਂ ਉਹ ਕੁਝ ਸਮੇਂ ਲਈ ਗੁਰੂ ਘਰ ਨਾਲ। ਛੇਵੇਂ ਗੁਰੂ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਗੁਰਤਾ ਦੇ ਬਿਰਾਜਮਾਨ ਹੋਏ ਤੇ ਗੁਰੂ ਸਾਹਿਬ ਨੂੰ ਵੱਡੇ ਵੱਡੇ ਜੰਗ ਲੜਨੇ ਪਏ। ਇਤਿਹਾਸ ਦੱਸਦਾ ਕਿ ਇਹਨਾਂ ਦੀ ਪਹਿਲ ਵੀ ਹਕੂਮਤ ਵੱਲੋਂ ਹੋਈ ਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ ਤੋਂ ਬਾਅਦ ਔਰੰਗਜ਼ੇਬ ਤੇ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਨਾਲ, ਮਹਾਰਾਜ ਜੀ ਨਾਲ ਵਕਤ ਦੇ ਹਿਸਾਬ ਨਾਲ ਸਮਝੌਤਾ ਕੀਤਾ, ਪਰ ਉਹ ਛੇਤੀ ਟੁੱਟ ਗਿਆ ਸੀ। ਜ਼ਕਰੀਆ ਖਾਨ ਨੇ ਸਿੰਘਾਂ ਨੂੰ ਭਾਈ ਸ਼ਬੇਗ ਸਿੰਘ ਦੇ ਰਾਹੀਂ ਨਵਾਬੀ ਭੇਜ ਕਰਕੇ ਸਮਝੌਤਾ ਕੀਤਾ ਸੀ ਨਾ, ਉਹ ਬਹੁਤਾ ਸਮਾਂ ਨਹੀਂ ਚੱਲਿਆ ਵੀ ਟੁੱਟ ਗਿਆ। ਇਹ ਸੱਪ ਕਦੇ ਕਿਸੇ ਦਾ ਮਿੱਤਰ ਨਹੀਂ ਬਣਿਆ। ਸੱਪ ਲੋਕ ਹੁੰਦੇ ਰਾਜੇ, ਸੱਪਾਂ ਨੂੰ ਪਾਲਣ ਵਾਸਤੇ ਸਪੇਰੇ ਅਖੀਰ ਸੱਪ ਦੇ ਡੰਗ ਨਾਲ ਹੀ ਮਰਦੇ ਆ। ਕਿੰਨਾ ਕੁ ਚਿਰ ਦੰਦ ਦਾ ਉਹ ਜਾਦੂ ਦਾ ਅਸਰ ਰਹਿਣਾ। ਇਸ ਪ੍ਰਕਾਰ ਧਾਰਮਿਕ ਗ੍ਰੰਥਾਂ ਦੇ ਕਹਿਣ ਮੁਤਾਬਕ ਔਰਤ ਕਦੇ ਸਾਫ਼ ਨਹੀਂ ਹੁੰਦੀ, ਹਮੇਸ਼ਾ ਪਵਿੱਤਰ ਮੰਨੀ ਗਈ। ਸਾਰੇ ਗੱਲ ਨੂੰ ਜਾਣਦੇ। ਸੋ ਰੋ ਵਿਚਾਰ ਬਹੁਤ। ਚਿੰਤਾ ਤੁਰ ਸੁਖ ਨੀਂਦ ਨ ਹੈ, ਚਿੰਤਾ ਨਾਲ ਜੋ ਘਬਰਾਇਆ ਹੋਇਆ ਹੈ ਉਸ ਦੀਆਂ ਅੱਖਾਂ 'ਚ ਕਦੀ ਨੀਂਦ ਨਹੀਂ ਆਉਂਦੀ। ਚਿੰਤਾ ਤੁਰ, ਐੜੇ ਵਿੱਚੋਂ ਤੱਤੇ ਵਿੱਚੋਂ ਨਿਕਲਣਾ ਐੜਾ ਤੇ ਬਣ ਜਾਣਾ ਚਿੰਤ ਆਤੁਰ। ਆਤੁਰ ਨਾਮ ਦੁਖੀ ਹੁੰਦਾ, ਜੋ ਚਿੰਤਾ ਕਰਕੇ ਆਤੁਰ ਦੁਖੀ ਆ। ਫਿਕਰ ਵਿੱਚ ਜੋ ਦੁਖੀ, ਚਿੰਤਾ ਫਿਕਰ ਹੈ, ਸੋਗ ਜਿਹੜਾ ਇਹਦੇ ਸੋਗ ਚਿੰਤਾ ਫਿਕਰ ਕਰਕੇ ਦੁਖੀ। ਜਿਹੜਾ ਚਿੰਤਾ ਕਰਕੇ ਦੁਖੀ ਆ ਨਾ, ਘਬਰਾਇਆ ਹੋਇਆ ਬੰਦਾ ਇਨਸਾਨ ਸੁੱਖ ਨੀਂਦ ਨ ਹੈ, ਉਹਦੀਆਂ ਅੱਖਾਂ ਵਿੱਚ ਕਦੀ ਸੁੱਖ ਦੀ ਨੀਂਦ ਨਹੀਂ ਪੈ ਸਕਦੀ। ਉਹਨੂੰ ਸੁੱਖ ਦੀ ਨੀਂਦ ਕਦੀ ਨਸੀਬ ਹੋ ਹੀ ਨਹੀਂ ਸਕਦੀ। ਗਮ ਬੰਦੇ ਨੂੰ ਮਾਰ ਦਿੰਦਾ। ਸ਼ੁੱਧਿਆਤਰ ਬਲ
ਤੇਜ ਜਿਹੜਾ ਸ਼ੁੱਧ, ਇਹ ਵੀ ਉਸੇ ਤਰ੍ਹਾਂ ਸ਼ੁੱਧ ਯਾਤਰ ਭਾਵ ਭੁੱਖ ਕਰਕੇ ਜੋ ਦੁਖੀ ਹੈ ਨਾ, ਭੁੱਖੇ ਮਨੁੱਖ ਦੀ ਸਰੀਰ ਤਾਕਤ ਤੇ ਚਿਹਰੇ ਦੀ ਚਮਕ ਦੂਰ ਹੋ ਜਾਂਦੀ ਹੈ। ਭੁੱਖੇ ਆਦਮੀ ਵਿੱਚ ਨਾ ਤੇ ਬਲ ਰਹਿੰਦਾ ਤੇ ਤੇਜ ਕਹੀਏ ਜਿਹੜਾ ਤੇਜ ਪ੍ਰਤਾਪ ਆ ਨਾ, ਚਿਹਰੇ ਦੀ ਚਮਕ ਲਾਲੀ ਲੂਲੀ ਜੀ ਹੁੰਦੀ ਆ, ਉਹ ਨਹੀਂ ਰਹਿੰਦੀ। ਲਾਲੀ ਨਹੀਂ ਰਹਿੰਦੀ, ਤੇਜ ਪ੍ਰਤਾਪ ਨਹੀਂ ਰਹਿੰਦਾ, ਨਾ ਬਲ ਕਹੀਏ ਤਾਕਤ ਹੀ ਰਹਿੰਦੀ। ਸਾਰ ਕਿਤਾਬਲੀ ਚ ਹੁੰਦਾ, ਖੁਦਿਆ ਕਰ ਆਦਰ ਜੋ ਨਰ ਹੈ, ਭੁੱਖ ਕਰਕੇ ਜੋ ਦੁਖੀ ਮਨੁੱਖ ਆ, ਬੁੱਧ ਕ੍ਰਾਂਤ ਉਬੈ ਤਿਨ ਕੀ ਨਾ ਰਹਿ। ਨਾ ਬੁੱਧੀ ਰਹਿੰਦੀ ਉਹਦੀ, ਨਾ ਕ੍ਰਾਂਤੀ ਚਿਹਰੇ ਦੀ ਚਮਕ ਦਮਕੀ ਰਹਿੰਦੀ, ਦੋਵੇਂ ਚੀਜ਼ਾਂ ਨਹੀਂ ਰਹਿੰਦੀਆਂ। ਅਤ ਆਤੁਰ ਚਿੰਤ ਹੈ ਤੇ ਜੋ ਨਰਾ, ਬਹੁਤ ਦੁਖੀ ਆ ਚਿੰਤਾ ਕਰਕੇ ਜੋ ਪੁਰਸ਼। ਸੁਖ ਨੀਂਦ ਉਬੈ ਤਿਨ ਕੋ ਨਾ ਜਰਾ, ਸੁੱਖ ਤੇ ਨੀਂਦ ਦੋਵੇਂ ਹੀ ਉਹਨੂੰ ਤਿੰਨ, ਉਸ ਬੰਦੇ ਨੂੰ ਜਰਾ ਮਾਤਰ ਵੀ ਨਹੀਂ ਹੈਗੀ। ਠੀਕ ਹੈ ਨਾ, ਉਹਨੂੰ ਸੁੱਖ ਨਹੀਂ ਕਦੀ ਹੋ ਸਕਦਾ। ਲੋਭੀ ਕੇ ਚਿਤ ਸ਼ਾਂਤ ਨ ਹੈ, ਲੋਭੀ ਬੰਦਾ, ਲਾਲਚੀ ਜਿਹੜਾ ਬੰਦਾ, ਲਾਲਚੀ ਮਨੁੱਖ ਦੇ, ਲੋਭੀ ਕੇ ਲਾਲਚੀ ਮਨੁੱਖ ਦੇ ਕੀ ਅਰਥ ਦੇ, ਲੋਭੀ ਮਨੁੱਖ ਦੇ ਚਿੱਤ ਕਹੀਏ ਮਨ ਵਿੱਚ, ਜਾਂ ਚਿੱਤ ਕਹੀਏ ਚਿੱਤ ਵਿੱਚ, ਹਾਂਜੀ, ਸ਼ਾਂਤ ਨ ਹੈ, ਕਦੇ ਵੀ ਸ਼ਾਂਤੀ ਨਹੀਂ ਹੋ ਸਕਦੀ। ਹਾਂਜੀ, ਯਹ ਨਿਸ਼ਚੈ ਲਖ ਲੇਜ, ਯਹ ਪਾਠ, ਯਹ ਤੇ ਨਿਸ਼ਚੈ, ਨੰਨਾ ਨੰਨੇ ਸਿਹਾਰੀ ਸੱਸਾ ਚੱਚੇ ਲਾਵਾਂ, ਇਹ ਨਿਸ਼ਚੈ ਪਾਠ ਕੀਤਾ। ਕਈ ਥਾਵਾਂ ਤੇ ਨੰਨਾ ਸੱਸਾ ਚੱਚਾ ਯਈਆ ਨਿਸ਼ਚੈ। ਹਾਂਜੀ, ਸ਼ੁਭ ਪਾਠ ਆ, ਨੰਨੇ ਸਿਹਾਰੀ ਸੱਸਾ ਚੱਚੇ ਦੇ ਲਾਵਾਂ ਨਿਸ਼ਚੈ। ਆਂਦੇ ਇਹ ਤੇ ਨਿਸ਼ਚੈ ਯਕੀਨਣੀ ਪੱਕੀ ਗੱਲ ਆ, ਯਕੀਨ ਨਾਲ ਲੱਖ ਕਹੀਏ ਜਾਣ, ਲੇਜ ਕਹੀਏ ਲਓ, ਜਾਣ ਲਓ। ਲੋਭੀ ਮਨੁੱਖ ਜਿਹੜਾ ਦੇ ਚਿੱਤ 'ਚ ਸ਼ਾਂਤੀ ਨਹੀਂ ਰਹਿੰਦੀ, ਪਾਪ ਉਹ ਜ਼ਰੂਰ ਕਰਦਾ, ਪਾਪ ਕਰਦਾ ਸੰਕੋਚ ਨਹੀਂ ਕਰਦਾ। ਬਸ ਚੱਲੇ ਤਾਂ ਕਿਸੇ ਦੀ ਜਾਨ ਵੀ ਲੈ ਸਕਦਾ, ਮਾਰ ਸਕਦਾ। ਲੋਭ ਲੱਗੇ ਜਬ ਪੁਰਸ਼ ਕੋ, ਪਾਪੋਂ ਸੇ ਨਾ ਡਰਾਏ, ਪ੍ਰਾਚੀਨ ਪੰਥ ਪ੍ਰਕਾਸ਼ ਜਾਂਦੀ ਗੱਲ ਹੈ। ਜਦੋਂ ਲੋਭ ਲੱਗਦਾ ਨਾ ਬੰਦੇ ਨੂੰ, ਉਹ ਨਹੀਂ ਪਾਪਾਂ ਤੋਂ ਡਰਦਾ, ਉਹਦਾ ਤਾਂ ਬੁਰਾ ਹਾਲ ਹੋ ਜਾਂਦਾ। ਗੁਰਬਾਣੀ ਵਿੱਚ ਲਿਖਿਆ, ਲੋਭੀ ਕਾ ਵੇਸਾਹੋ ਨਾ ਕੀਜੈ, ਜੇ ਕਾ ਪਾਰ ਵਸਾਏ, ਅੰਤ ਕਾਲ ਤਿੱਥੈ ਧੁਹੈ, ਜਿੱਥੇ ਹੱਥ ਨਾ ਪਾਏ। ਉਹਦੀ ਨਹੀਂ, ਲੋਭੀ ਦਾ ਤਾਂ ਕੋਈ ਹਾਲ ਹੀ ਨਹੀਂ। ਲਾਲਚੀ ਬੰਦਾ ਪਿਓ ਨੂੰ ਮਾਰ ਦਿੰਦਾ, ਮਾਂ ਨੂੰ ਮਾਰ ਦਿੰਦਾ, ਭਰਾ ਨੂੰ ਨਹੀਂ ਛੱਡਦਾ। ਜਦੋਂ ਲਾਲਚੀ ਹੋ ਜਾਂਦਾ ਨਾ, ਮੇਰੀ ਵਸਤੂ ਹੈ। ਲਾਲਚ ਬੰਦੇ ਕੋ ਕਈ ਕੁਝ ਕਰਾਉਂਦਾ, ਕਿਉਂਕਿ ਲਾਲਚ ਕੁੱਤਾ ਹੁੰਦਾ, ਲੱਭ ਕੁੱਤਾ ਆ, ਕੂੜ ਚੂੜਾ ਆ, ਝੂਠ ਚੂੜਾ ਆ, ਲੱਭ ਕੁੱਤਾ ਆ। ਕੁੱਤਾ ਫਿਰ ਜਿਹਨੂੰ ਮਰਜ਼ੀ ਵੱਢਦਾ, ਜ਼ਬਾਨ ਬਾਹਰ ਹੀ ਰਹਿੰਦੀ ਹੈ ਹਲਕਾਏ ਕੁੱਤੇ ਦੀ, ਨਿੰਦਿਆ ਕਰ ਝੱਗ ਸੁੱਟਦਾ। ਲੋਭੀ ਕੇ ਚਿੱਤ ਸ਼ਾਂਤ ਨ ਹੈ, ਲੋਭੀ ਦੇ ਚਿੱਤ ਵਿੱਚ ਕੋਈ ਸ਼ਾਂਤੀ ਨਹੀਂ ਹੋ ਸਕਦੀ। ਯਹ ਨਿਸ਼ਚੈ ਹੈ ਲੱਖ ਲੇਜ, ਇਹ ਗੱਲ ਨਿਸ਼ਚੈ ਕਰਕੇ ਲੱਖ ਕਹੀਏ ਜਾਣ, ਲੇਜ ਕਹੀਏ ਲਓ, ਜਾਣ ਲੈਣਾ ਕਰੋ। ਨਦੀ ਕਿਨਾਰੇ ਬ੍ਰਿਛ ਜੋ, ਨਦੀ ਕਿਨਾਰੇ ਦਰਿਆ ਦੇ ਕੰਢੇ ਜਿਹੜਾ ਦਰਖਤ ਹੈ, ਜਿਹੜਾ ਬ੍ਰਿਛ ਦਰਖਤ ਨਦੀ ਦਰਿਆ ਦੇ ਕੰਢੇ ਤੇ ਹੈ, ਪਾਣੀ ਦੇ ਕੰਢੇ ਤੇ, ਕਿਨਾਰੇ ਕਈ ਕੰਢੇ ਤੇ। ਪਾਰ ਘਰ ਜਾਵੇ ਨਾਰ, ਹਾਂਜੀ, ਫਿਰ ਪਰਾਏ ਘਰਾਂ ਦੇ ਵਿੱਚ ਫਿਰਨ ਵਾਲੀ ਇਸਤਰੀ ਹੋਵੇ ਤੇ ਉੱਧਰ ਜਾਂਦੀ ਹੋਵੇ, ਹਾਂਜੀ, ਪਾਰ ਘਰ ਜਾਵੇ
ਨਾਰ। ਫਿਰ ਦੋਵੇਂ ਪੱਖ ਸੇ ਅਰਥ ਲਾਉਣਾ ਵੀ ਬੰਦਾ ਪਰਾਏ ਦੇ ਘਰ ਜਾਂਦਾ ਹੋਵੇ, ਨਾਰ ਇਸਤਰੀ ਪਰਾਏ ਦੇ ਘਰ ਜਾਂਦੀ ਹੋਵੇ, ਬਹੁਤੇ ਘਰਾਂ 'ਚ ਫਿਰਨ ਵਾਲੀ ਹੋਵੇ। ਮੰਤਰੀ ਦੇ ਬਿਨ ਭੂਪਤੀ, ਮੰਤਰੀ ਜੋ ਸਲਾਹਕਾਰ ਵਜ਼ੀਰ ਆ, ਹਾਂਜੀ, ਤੇ ਉਸ ਵਜ਼ੀਰ ਸਲਾਹਕਾਰ ਸਿਆਣੇ ਤੋਂ ਬਿਨਾ ਜਿਹੜਾ ਭੂਪਤੀ ਰਾਜਾ ਵਾ, ਨਾਸ ਹੋਤ ਯਹ ਸਾਰ, ਇਹ ਤੇ ਸਭ ਦਾ ਨਾਸ ਹੁੰਦਿਆਂ ਦੇਰੀ ਨਹੀਂ ਲੱਗਦੀ। ਇਹ ਗੱਲ ਤੁਸੀਂ ਪੱਕੀ ਬੁੱਝ ਲਓ। ਨਾਸ ਹੋਤ ਯਹ ਸਾਰ, ਯਹ ਸਾਰ ਕਹੀਏ, ਇਹ ਜਿਹੜੇ ਸਾਰ ਸਾਰੇ ਆ ਨਾ, ਨਾਸ ਹੋਤ ਹੁੰਦੇ ਆ। ਜਿਹੜੇ ਨਦੀ ਕਿਨਾਰੇ ਬਰੇਸ਼ ਆ, ਉਹਦਾ ਤੇ ਉਹ ਵੀ ਜਿਹੜਾ ਕੋਈ ਟਾਈਮ ਨਹੀਂ ਕਦੋਂ ਡਿੱਗ ਸਕਦਾ, ਨਾਸ ਜ਼ਰੂਰ ਹੋਊਗਾ। ਨਦੀ ਕਿਨਾਰੇ ਰੁੱਖ ਦੀ ਕੋਈ ਮਨਿਆਦ ਨਹੀਂ। ਪਰਾਏ ਘਰਾਂ ਵਿੱਚ ਫਿਰਨ ਵਾਲੀ ਇਸਤਰੀ, ਉਹ ਵੀ ਬੇੜਾ ਗਰਕ ਕਰ ਸਕਦੀ ਆ। ਬੰਦਾ ਜਿਹੜਾ ਪਰਾਏ ਘਰਾਂ ਵਿੱਚ ਮੂੰਹ ਮਾਰ ਲਈ ਜਾਵੇ ਜਾਂਦਾ, ਉਹ ਵੀ ਆਪਣਾ ਘਰ ਨਾਸ ਕਰ ਸਕਦਾ, ਹੋ ਹੀ ਸਕਦਾ, ਹੁੰਦਾ ਹੀ। ਜਿਹੜੇ ਰਾਜੇ ਦਾ ਕੋਈ ਮੰਤਰੀ ਸਲਾਹਕਾਰ ਚੰਗਾ ਨਹੀਂ ਹੈ ਤੇ ਉਹ ਵੀ ਨਾਸ ਹੋ ਜਾਂਦਾ, ਬਹੁਤਾ ਸਮਾਂ ਨਹੀਂ ਲੱਗਦਾ। ਦੋਹਰਾ ਰਿਕਤ ਪਾਨ ਦਰਸੈ ਨਹੀਂ, ਰਿਕਤ ਪਾਨ, ਰਿਕਤ ਨਾਮ ਹੁੰਦਾ ਵਾ ਖਾਲੀ ਦਾ, ਪਾਨ ਨਾਮ ਹੱਥ ਦਾ। ਖਾਲੀ ਹੱਥ ਕਹਿੰਦੇ ਦਰਸ਼ਨ ਨਹੀਂ ਕਰਨਾ ਚਾਹੀਦਾ। ਖਾਲੀ ਹੱਥ ਦਰਸ਼ਨ ਨਹੀਂ ਕਰਨਾ ਚਾਹੀਦਾ। ਕਿੰਨਾ ਦਾ? ਭੂਪ ਭਿਖਕ ਗੁਰਦੇਵ, ਭੂਪ ਨਾਮ ਰਾਜੇ ਦਾ, ਭਿਖਕ ਨਾਮ ਸੰਤ ਮਹਾਤਮਾ ਦਾ। ਜਾਂ ਭਿਖਕ ਨਾਮ ਜਿਹੜਾ ਭਿਖਿਆ ਮੰਗਣ ਆਉਂਦਾ ਨਾ, ਭਿਖਿਆ ਮੰਗਣ ਵਾਲਾ, ਮੰਗਤਾ, ਉਹਦੇ ਕੋਲ ਵੀ ਖਾਲੀ ਨਹੀਂ ਜਾਣਾ ਚਾਹੀਦਾ। ਭਿਖਕ ਨਾਮ ਸਾਧੂ ਦਾ ਵੀ ਹੁੰਦਾ। ਸੰਤ ਮਹਾਤਮਾ ਕੋਲ ਵੀ ਖਾਲੀ ਨਹੀਂ ਜਾਣਾ ਚਾਹੀਦਾ। ਗੁਰਦੇਵ, ਤੀਸਰੇ ਗੁਰਦੇਵ, ਪੂਜਨੀਕ ਗੁਰੂ ਜੀ, ਤੇ ਗੁਰੂ ਜੀ ਦਾ ਦਰਸ਼ਨ। ਕੁਝ ਨਾ ਕੁਝ ਜ਼ਰੂਰ ਭੇਟਾ ਕਰੋ, ਹਾਂਜੀ, ਭੁੱਖੇ ਨਹੀਂ ਜਾਣਾ। ਪ੍ਰਾਚੀਨ ਪੰਥ ਪ੍ਰਕਾਸ਼ ਦਾ ਵਿੱਚ ਜਦੋਂ ਸਤਿਗੁਰੂ ਦੇ ਪ੍ਰਸੰਗ ਦੀ ਸਾਖੀ ਚੱਲਦੀ ਆ, ਉੱਥੇ ਵੀ ਲਿਖਿਆ, ਰੀਤੇ ਹੱਥ ਨਾ ਜਾਈਏ, ਪਿਛਕ ਨਿਰਭ ਗੁਰਦੇਵ। ਖਾਲੀ ਹੱਥ ਨਾ ਜਾਈਏ, ਪਿਛਕ ਸਾਧੂ ਕੋ, ਨਿਰਭ ਰਾਜੇ ਕੋ, ਗੁਰਦੇਵ ਗੁਰੂ ਕੋ। ਉਨਕੇ ਆਗੇ ਬਿਨ ਧਰੇ, ਉਹਨਾਂ ਦੇ ਅੱਗੇ ਬਿਨਾ ਰੱਖਿਆ, ਉਹਨਾਂ ਦੇ ਅੱਗੇ ਬਿਨਾ ਰੱਖਿਆ ਕੁਝ। ਵੈ ਫਿਰ ਅੱਗੋਂ ਨਾ ਦੇਵ, ਫਿਰ ਉਹ ਅੱਗੋਂ ਨਹੀਂ ਦਿੰਦੇ। ਭਾਈ ਰਤਨ ਸਿੰਘ ਭੰਗੂ ਜੀ ਨੇ ਲਿਖੀ ਹੋਈ ਗੱਲ। ਵੈ ਉਹ ਫਿਰ ਗੁਰੂ ਰਾਜਾ ਤੇ ਸਾਧੂ ਅੱਗੋਂ ਕੁਝ ਨਹੀਂ ਦਿੰਦਾ ਜੇ ਉਹਨਾਂ ਅੱਗੇ ਕੁਝ ਰੱਖੀਏ। ਇਹਨਾਂ ਦੇ ਬਿਨ ਧਰੇ ਤੋਂ ਅੱਗੇ ਥੋੜਾ ਰੱਖੀਏ, ਫਿਰ ਗੁਰੂ ਵੀ ਪ੍ਰਸੰਨ ਹੁੰਦੇ। ਤਾਂ ਕਰਕੇ ਕਹਿੰਦੇ ਖਾਲੀ ਹੱਥ ਕੇ ਦਰਸ਼ਨ ਨਾ ਕਰੀਏ, ਤੇ ਜਿਹੜਾ ਵਾ ਉਹ ਫਿਰ ਉੱਦਾਂ ਪ੍ਰਸੰਨ ਨਹੀਂ ਹੁੰਦੀ। ਰਾਜਾ ਭਿਖਕ ਦੇ ਗੁਰਦੇਵ। ਫਲ ਦੀਏ ਫਲ ਪਾਈਐ, ਕਿਉਂਕਿ ਜੇ ਕੁਝ ਫਲ ਦੀਏ ਕਹੀਏ ਦਈਏ, ਹਾਂ, ਜਾਂ ਫਲ ਦੀਏ, ਫਲ ਦਿੱਤਿਆਂ ਫਲ ਪਾਈਦਾ ਵਾ, ਪਦਾਰਥ ਪਾਈਦਾ ਵਾ, ਬਖਸ਼ਿਸ਼ ਪਾਈਦੀ। ਹਾਂਜੀ, ਫਲ ਹੈ ਨਾ ਫਲ ਬਿਨ ਸੇਵ, ਫਲ ਤੋਂ ਬਿਨਾਂ, ਫਲ ਤੋਂ ਬਿਨਾਂ ਕਦੀ ਜਿਹੜੀ ਆ ਸੇਵ ਟਹਿਲ ਆ, ਉਹ ਕਦੀ ਫਲ ਹੈ ਨਾ, ਫਲਦੀ ਨਹੀਂ, ਪ੍ਰਫੁੱਲਤ ਨਹੀਂ ਹੁੰਦੀ। ਹਾਂਜੀ, ਸੇਵਾ ਜਾਂ ਇੱਦਾਂ ਲਾ ਲਓ ਅਰਥ ਵੀ, ਫਲ ਬਿਨ ਸੇਵ, ਕਿ ਗੁਰੂ ਨੂੰ ਭੇਟਾ ਕੇ ਤੋਂ ਬਿਨਾਂ ਸੇਵਾ ਨਹੀਂ ਕੋਈ ਫਲ ਦੀ, ਤੇ ਅਰਥ ਇਵੇਂ ਲੱਗ ਜਾਂਦਾ। ਫਲ ਦਿੱਤੇ ਤੋਂ ਬਿਨਾਂ ਫਲ ਨਹੀਂ ਪਾਈਦਾ, ਗੁਰੂ ਦੀ ਬਖਸ਼ਿਸ਼ ਨਹੀਂ ਪਾਈਦੀ।
ਕਿ ਫਲ ਬਿਨ ਸੇ ਬਖਸ਼ਿਸ਼ ਗੁਰੂ ਦੀ ਸੇਵਾ ਮਿਲਦੀ ਆ, ਤੇ ਜੇ ਸੇਵਾ ਨਾ ਮਿਲੇ ਤੇ ਸੇਵਾ ਬਿਨ ਫਲ ਨਾ ਫਲ ਹੈ। ਜਿਹੜਾ ਫਲ ਆ ਕੋਈ ਆਪਾਂ ਮੰਗਣਾ ਚਾਹੁੰਦੇ ਹਾਂ, ਫਲਦਾ ਨਹੀਂ, ਉਹ ਪ੍ਰਫੁੱਲਤ ਨਹੀਂ ਹੁੰਦਾ। ਸੋ ਗੁਰੂ ਦੀ ਜਿਹੜੀ ਆ ਉਹ ਸੇਵਾ ਕਰਨੀ ਚਾਹੀਦੀ ਆ। ਪੁਰਾਤਨ ਇਤਿਹਾਸ ਵਿੱਚ ਦੇਖੋ ਕਿੱਦਾਂ ਸਾਖੀਆਂ ਹੁੰਦੀਆਂ ਕਿ ਜਿੱਦਾਂ ਭਗਤ ਸੁਦਾਮਾ ਜੀ ਸੀ, ਦਵਾਰਕਾਧੀਸ਼ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦਾ ਦਰਸ਼ਨ ਕਰਨ ਗਏ ਸਨ। ਭਾਈ ਗੁਰਦਾਸ ਜੀ ਮੁਤਾਬਕ ਲੈ ਕੇ ਤੰਦਲ ਚੱਬਿਓਨ ਚੱਬੇ ਚੌਲ ਦਿੱਤੇ ਸੀ, ਤੇ ਕ੍ਰਿਸ਼ਨ ਭਗਵਾਨ ਨੇ ਜਿਹੜੇ ਪੱਲੇ ਭੁੱਜੇ ਚੌਲ ਆ ਉਹ ਲੈ ਲਏ ਸੀ ਆਪ ਖੋਹ ਕੇ, ਫਿਰ ਆਪ ਮੰਗ ਕੇ ਖਾਧੇ, ਤੇ ਉਹਦੇ ਘਰ ਵਿੱਚ ਸਾਰੇ ਪਦਾਰਥ ਦਿੱਤੇ ਸੀ ਸੁਦਾਮੇ। ਲੈ ਕੇ ਤੰਦਲ ਚੱਬਿਓਨ ਵਿਦਾ ਕਰੇ ਆਗੇ ਪਹੁੰਚਾਏ, ਚਾਰ ਪਦਾਰਥ ਸਭ ਕੁਝ ਬਿਠਾਏ, ਸੰਕੋਚ ਨਹੀਂ ਕੋਈ ਕੀਤਾ। ਚਾਰ ਪਦਾਰਥ ਭੇਜ ਦਿੱਤੇ ਸੀ ਸੁਤੇ ਸੇਧੀ, ਜਾਂ ਚਾਰ ਪਦਾਰਥ ਦੇ ਕੇ ਸਖਜ ਬਿਠਾਏ। ਚਾਰ ਪਦਾਰਥ ਭੇਜ ਕੇ ਸਖਜ ਸੰਕੋਚ ਕਰਦੇ ਸੀ, ਮੈਂ ਸਮਝਦਾ ਮੈਨੂੰ ਦਿੱਤਾ ਕੱਖ ਨਹੀਂ ਹੈ, ਇੰਨਾ ਕੁਝ ਦੇ ਕੇ ਵੀ। ਹਾਂਜੀ, ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਕਿਸੇ ਗੁਰੂ ਨੂੰ, ਸਾਧੂ ਨੂੰ, ਰਾਜੇ ਨੂੰ ਭੇਟਾ ਕਰਨਾ, ਇਸ ਪਿਆਰ ਹੀ ਹੈ ਇਹਦੇ ਨਾਲ, ਵਾਧਾ ਪ੍ਰਗਟਾਵਾ ਹੁੰਦਾ ਸਨਮਾਨ ਸਤਿਕਾਰ ਦਾ। ਹੋਰ ਗੁਰੂ ਰਾਜੇ ਕੋਲ ਸਭ ਕੁਝ ਹੁੰਦਾ, ਗੁਰੂ ਕੋ ਹੁੰਦਾ, ਸਾਧੂ ਕੋ ਵੀ ਹੁੰਦਾ। ਉਹਦਾ ਇਹਨਾਂ ਚੀਜ਼ਾਂ ਨਾਲ ਪੇਟ ਨਹੀਂ ਭਰਦਾ, ਇੱਕ ਸਨਮਾਨ ਹੁੰਦਾ। ਸੋ ਸਨਮਾਨ ਸਾਨੂੰ ਕਰਨਾ ਚਾਹੀਦਾ। ਆਪਣੇ ਗੁਰੂ ਸਾਹਿਬ ਦੇ ਇਤਿਹਾਸ ਵਿੱਚ ਵੀ ਹੁੰਦਾ ਹੀ ਆ ਕਿ ਇੱਕ ਘਾਈ ਜਿਹੜਾ ਸੀ, ਉਹ ਘਾਈ ਸਿੱਖ ਨੇ ਆਗਰੇ ਵਿੱਚ ਜਦੋਂ 2 ਪੈਸੇ ਤੇ ਘਾਹ ਦੀ ਪੰਡ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਭੁਲੇਖੇ ਜਹਾਂਗੀਰ ਦੇ ਅੱਗੇ ਰੱਖੇ ਸੀ ਕਿ ਪਾਤਸ਼ਾਹ ਮੇਰਾ ਲੋਕ ਪਰਲੋਕ ਸੁਹੇਲਾ ਬਣਾਉਣਾ ਜੀ, ਤੇ ਜਹਾਂਗੀਰ ਦੇ ਦਿਮਾਗ ਦੀਆਂ ਤਾਰਾਂ ਨੂੰ ਝਿਜੋੜ ਕੇ ਰੱਖ ਦਿੱਤਾ ਸੀ ਕਿ ਮੈਂ ਤੇ ਇਹਨੇ ਜੋਗਾ ਨਹੀਂ ਹੈਗਾ। ਸਿਪਾਹੀਆਂ ਨੇ ਤੇ ਜਹਾਂਗੀਰ ਨੇ ਦੱਸਿਆ ਵੀ ਉਹ ਜਿਹੜੇ ਸੱਚੇ ਪਾਤਸ਼ਾਹ ਨੂੰ ਤੂੰ ਲੱਭਦਾ ਫਿਰਦਾ, ਉਹ ਤੇ ਉਧਰ ਤੰਬੂ ਲੱਗਾ ਹੀ। ਉਹ ਤੇ ਸਮਝ ਆ ਗਈ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਿਉਂ ਕਿਹਾ ਜਾਂਦਾ। ਉਹ ਘਾਹ ਘੂ ਚੁੱਕ ਕੇ ਲੈ ਗਿਆ ਸੀ, ਤੇ ਕਹਿਣ ਦਾ ਭਾਵ ਇਹ ਆ ਵੀ ਵੇਖ ਲਓ 2 ਪੈਸੇ ਤੇ ਘਾਹ ਲੈ ਕੇ ਗਿਆ ਸੀ। ਭੇਟਾ ਗੁਰੂ ਨੂੰ ਕੁਝ ਵੀ ਦੇਣਾ, ਗੁਰੂ ਲੈ ਲੈਂਦੇ। ਮਹਾਰਾਜ ਪ੍ਰਸਾਨੇ, ਪੈਸੇ ਦੇ ਭੁੱਖੇ ਨਹੀਂ ਗੁਰੂ। ਦੋਹਰਾ ਮੀਠਾ ਬੋਲਣ ਤੇ ਸਦਾ, ਮਿੱਠਾ ਬੋਲਣ ਤੇ ਦਾ ਅਰਥ ਨਾਲ ਜਾਂ ਕਰਕੇ ਦਾ। ਮਿੱਠਾ ਬੋਲਣ ਕਰਕੇ ਸਦਾ ਕਹੀਏ ਹਮੇਸ਼ਾ ਹੀ, ਜਾਂ ਮਿੱਠਾ ਬੋਲਣ ਦੇ ਨਾਲ ਹਮੇਸ਼ਾ ਹੀ। ਸਭਨ ਹੋਏ ਸੰਤੋਖ, ਸਾਰੇ ਅਥਵਾ ਹਰੇਕ ਇਨਸਾਨ ਨੂੰ ਸੰਤੋਖ ਹੁੰਦਾ, ਆਨੰਦ ਹੁੰਦਾ। ਸੰਤੋਖ ਦੇ ਅਰਥ ਸੁੱਖ ਵੀ ਹੁੰਦਾ ਵਾ, ਖੁਸ਼ੀ ਹੁੰਦੀ, ਖੇੜਾ, ਆਨੰਦ, ਕੁਝ ਕਹਿ ਲਓ। ਮਿੱਠਾ ਬੋਲਣ ਨਾਲ ਹਮੇਸ਼ਾ ਇਨਸਾਨ ਨੂੰ ਆਨੰਦ ਪ੍ਰਾਪਤ ਹੁੰਦਾ, ਦੂਜਿਆਂ ਨੂੰ ਸੁਣਨ ਵਾਲੇ ਨੂੰ। ਹਾਂਜੀ, ਤੇ ਬੋਲਣ ਵਾਲੇ ਨੂੰ ਵੀ, ਉਹ ਵੀ ਮਿੱਠਾ ਹੀ ਰਹਿੰਦਾ। ਸਾਰਿਆਂ ਨੂੰ ਸੰਤੁਸ਼ਟਤਾ ਸੁੱਖ ਪ੍ਰਾਪਤ ਹੁੰਦਾ, ਸੁਣਨ ਵਾਲਿਆਂ ਨੂੰ ਵੀ ਤੇ ਆਪਣੇ ਆਪ ਨੂੰ ਵੀ ਖੁਸ਼ੀ ਹੁੰਦੀ। ਸੋ ਮਿੱਠਾ ਬੋਲਣਾ ਚਾਹੀਦਾ। ਮਿੱਠਾ ਬੋਲਣ ਨਾਲ ਹਮੇਸ਼ਾ ਹਰੇਕ ਇਨਸਾਨ ਨੂੰ ਆਨੰਦ ਹੁੰਦਾ ਹੈ। ਕਹਿ ਰਿਹਾ ਮਿੱਠਾ ਬੋਲਣ ਤੇ ਸਦਾ, ਮਿੱਠਾ ਬੋਲਣ ਕਰਕੇ ਹਮੇਸ਼ਾ ਹੀ ਸਭਨ ਹੋਏ ਸੰਤੋਖ। ਸਾਰਿਆਂ ਤੋਂ ਆਪਣੇ ਆਪ ਨੂੰ ਵੀ ਸੰਤੋਖ ਹੁੰਦਾ, ਸੁੱਖ ਖੇੜਾ ਹੁੰਦਾ, ਤੇ ਅਗਲਿਆਂ ਨੂੰ ਵੀ ਸੁੱਖ ਖੇੜਾ ਹੁੰਦਾ ਹੈ। ਸੰਤੋਖ ਦਾ ਅਰਥ ਆਨੰਦ, ਖੇੜਾ, ਖੁਸ਼ੀ, ਸੁੱਖ। ਤਾਂ ਤੇ ਮੀਠਾ ਬੋਲੀਐ, ਤਾਂ ਤੇ ਕਹੀਏ ਇਸ ਵਾਸਤੇ, ਇਸ ਕਰਕੇ ਬੜੀ ਵਾਰ ਪਿਛੇ ਦੱਸ ਚੁੱਕੇ ਹਾਂ। ਇਸ ਕਰਕੇ ਭਾਈ ਮਿੱਠਾ ਹੀ ਬੋਲੀ, ਮਿੱਠਾ ਹੀ ਬੋਲਣਾ ਚਾਹੀਦਾ। ਹਾਂਜੀ, ਕਰੇ ਨਾ ਦਾਰਿਦ ਦੋਖ। ਇਸ ਤਰ੍ਹਾਂ ਕਰੀਏ ਤੇ ਕਦੀ ਜਿਹੜਾ ਦਾਰਿਦ ਆਲਸ ਆ
ਦਲਿਦਰੀ ਆ, ਢਿੱਲ ਆ, ਉਹ ਕਦੀ ਨਹੀਂ ਰਹਿੰਦੀ ਹੈ। ਤੇ ਇਸ ਵਿੱਚ ਕੋਈ ਹਰਜਾ ਨਹੀਂ ਆ। ਦੁੱਖ ਮਾੜਾ ਕੰਮ ਨਹੀਂ ਆ, ਹਰਜਾ ਨੁਕਸਾਨ ਨਹੀਂ। ਕਰੇ ਨਾ ਦਾਰਦ ਦੁੱਖ ਮਿੱਠਾ ਬੋਲਿਆ ਕਰੀਏ, ਤੇ ਜਿਸ ਕਰਕੇ ਕੋਈ ਆਲਸ ਨਹੀਂ ਕਰੇ ਨਾ ਦਾਰਦ। ਜੇ ਕੋਈ ਮਿੱਠਾ ਬੋਲਣ ਵਿੱਚ ਦਾਰਦ ਆਲਸ ਨਾ ਕਰੇ ਤੇ ਉਹਨੂੰ ਦੁੱਖ ਕੋਈ ਦੋਸ਼ ਨਹੀਂ ਲੱਗੂਗਾ, ਕੋਈ ਉਹਨੂੰ ਗੁਨਾਹ ਨਹੀਂ ਲੱਗੂਗਾ। ਹਾਂਜੀ, ਦੋਸ਼ ਕੋਈ ਉਹਦੇ 'ਚ ਔਗਣ ਨਹੀਂ ਨਿਕਲੂਗਾ। ਤੇ ਦੁੱਖ ਦਾ ਅਰਥ ਹੀ ਹੁੰਦਾ ਵੀ ਭਾਈ ਮਿੱਠਾ ਬੋਲੀ ਨਾ, ਤੇ ਤੂੰ ਇਹ ਮਿੱਠਾ ਬੋਲਣਾ ਨਾ ਤੇ ਤੈਨੂੰ ਦਾਰਦ ਕਹੀਏ ਗਰੀਬ ਕਰੂਗਾ। ਮਤਾ ਤੇਰੇ ਰਹਿ ਜੇ ਮਿੱਠਾ ਬੋਲੇ ਤੇ ਤੂੰ ਗਰੀਬ ਹੋ ਜਾਏਗਾ। ਗਰੀਬ ਵੀ ਨਹੀਂ ਕਰੂਗਾ, ਤੈਨੂੰ ਆਲਸ ਨਾ ਕਰੂਗਾ। ਤੇ ਇਹ ਮਿੱਠਾ ਬੋਲਣ ਵਿੱਚ ਕੋਈ ਦੋਸ਼ ਨਹੀਂ ਆ, ਕੋਈ ਹਰਜਾ ਨਹੀਂ ਆ, ਕੋਈ ਨੁਕਸਾਨ ਨਹੀਂ। ਠੀਕ ਹੈ ਜੀ, ਸੋਖੀ ਪਾਏਗਾ। ਮਿੱਠੇ ਬਚਨ ਹੀ ਬੋਲਣੇ ਚਾਹੀਦੇ। ਸਰ ਕਿਤਾਬਲੀ 'ਚ ਵੀ ਆਉਂਦਾ ਨਾ, ਪ੍ਰੇ ਬਚਨਨ ਤੇ ਬੋਲਤੇ ਹੋਤ ਪ੍ਰਮੋਦ ਤਿਰ ਭਾਉਨ। ਪਿਆਰੇ ਬਚਨ ਬੋਲਣ ਨਾਲ ਤਿੰਨਾਂ ਭਾਵਨਾ ਵਿੱਚ ਪ੍ਰਮੋਦ ਆਨੰਦ ਹੋਤ ਹੁੰਦਾ ਹੈ। ਤਾਂ ਤੇ ਪ੍ਰੇ ਬਚਨ ਭਾਨੋ, ਇਸੇ ਕਰਕੇ ਕਹਿੰਦੇ ਪਿਆਰੇ ਪਿਆਰੇ ਬਚਨ ਕਹੋ। ਜਾਂ ਮੈਂ ਕਿਰਪਨਤਾ ਕੌਣ, ਇਸੇ ਵਿੱਚ ਕੀ ਕੰਜੂਸੀ ਕਰਨੀ ਆ। ਕਿਰਪਨਤਾ ਕਹੀਏ, ਕੀ ਕੰਜੂਸੀ ਕਰਨੀ ਹੈ। ਚੰਗੇ ਰਹੋਗੇ, ਸਤਿਗੁਰੂ ਵੀ ਖੁਸ਼ ਹੁੰਦੇ ਆ। ਪਰਮੇਸ਼ਰ ਆ ਮਿੱਠ ਬੋਲੜੇ ਆ। ਮਿੱਠ ਬੋਲੜਾ ਜੀ, ਮਿੱਠ ਬੋਲੜਾ ਹਰ ਸੱਜਣ ਸੁਆਮੀ ਮੋਰਾ। ਕੌੜਾ ਬੋਲਣਾ ਜਾਣੇ ਪੂਰਨ ਭਗਵਾਨ ਹੈ। ਉਹ ਮਾਲਕ ਵੀ ਏਦਾਂ ਦੇ ਹੀ ਆ। ਬਾਕੀ ਨਹਾਉਣਾ ਆਪਾਂ ਜਿਹੜਾ ਕੱਲ ਕਰ ਲਈਏ, ਮੁਝੇ ਥੋੜਾ ਜਿਹਾ ਰਹਿ ਗਿਆ, ਕਰ ਹੀ ਲੈਂਦੇ। ਦੋਹਰਾ ਸਾਧਨ ਸੋ ਪ੍ਰੇ ਬਚਨ ਨ ਹੈ। ਕਹਿੰਦੇ ਜਿਹੜੀ ਜ਼ੁਬਾਨ ਸਾਧੂ ਸਾਧਨ ਉੱਤਮ ਪੁਰਸ਼ ਸੰਤ ਮਹਾਤਮਾ ਸਾਧੂ ਸੰਤ ਸਤ ਸੰਗੀ ਲੋਕ, ਜਿਹੜੀ ਰਸਨਾ ਸਾਧਨ ਸਾਧੂਆਂ ਸੰਤਾਂ ਦੇ ਸਹੁੰ ਕਹੀਏ ਨਾਲ ਪ੍ਰੇ ਪਿਆਰੇ ਬਚਨ, ਹਾਂਜੀ, ਨਹੀਂ ਨਾ ਬੋਲਦੀ। ਕੋਈ ਦੋ ਚਾਰ ਬਚਨ ਮਿੱਠੇ ਸਾਂਝੇ ਨਹੀਂ ਕਰਦੀ, ਬੋਲ ਹੀ ਨਹੀਂ ਬੋਲਦੀ, ਮਿੱਠਾ ਬੋਲ ਕੇ ਖੁਸ਼ ਹੀ ਨਹੀਂ ਆ। ਸਤ ਬਚਨ ਨਹਿ ਰਾਮ, ਨਾ ਹੀ ਸਤ ਕਹੀਏ ਸੱਚ ਬੋਲਦੀ ਹੈ, ਅਤੇ ਨਹਿ ਰਾਮ, ਅਤੇ ਰੱਬ ਦਾ ਨਾਮ ਵੀ ਨਹੀਂ ਜਪਦੀ। ਹਾਂਜੀ, ਨਾ ਰੱਬ ਦਾ ਨਾਮ ਜਪਦੀ ਆ, ਤੇ ਨਾ ਸਤ ਬਚਨ ਹੀ ਕਦੀ ਕਹਿੰਦੀ, ਸੱਚੇ ਬਚਨ ਵੀ ਨਹੀਂ ਕਹਿੰਦੀ। ਸਾਧਨ ਸੋ ਪ੍ਰੇ ਬਚਨ ਨੇ, ਸਾਧੂਆਂ ਨਾਲ ਪਿਆਰੇ ਬਚਨ ਨਹੀਂ ਬੋਲਦੀ। ਤੇ ਸਤ ਨਾ ਤੇ ਕਦੀ ਸਤ ਬਚਨ ਹੀ ਕਹਿੰਦੀ, ਸੱਚ ਵੀ ਨਹੀਂ ਬਚਨ ਕਹਿੰਦੀ, ਤੇ ਨਾ ਕਿਸੇ ਨੂੰ ਸਤ ਬਚਨ ਹੀ ਕਹਿੰਦੀ ਵੀ ਸਤ ਬਚਨ ਦੀ। ਨਹਿ ਰਾਮ, ਤੇ ਨਾ ਰੱਬ ਦਾ ਨਾਮ ਹੀ ਪਰਮਾਤਮਾ ਦਾ ਜਪਦੀ। ਗ੍ਰੰਥ ਹੋਤ ਭਾਖੈ ਨਹੀਂ, ਗ੍ਰੰਥ ਹੋਤ। ਫਿਰ ਧਾਰਮਿਕ ਗ੍ਰੰਥ ਅਨੇਕਾਂ ਹੀ ਆ, ਉਹਨਾਂ ਅਨੇਕਾਂ ਗ੍ਰੰਥਾਂ ਦੇ ਹੋਤ ਕਈਏ ਹੁੰਦਿਆਂ ਵੀ ਪ੍ਰੇਮ ਨਾਲ ਭਾਖੈ ਨਹੀਂ, ਪੜ੍ਹਨਾ ਹੀ ਨਹੀਂ ਜਾਣਦੀ। ਭਾਖੇ ਦਾ ਅਰਥ ਉਚਾਰਦੀ ਨਹੀਂ ਕੁਝ, ਕਦੇ ਧਾਰਮਿਕ ਗ੍ਰੰਥ ਨੂੰ ਪ੍ਰੇਮ ਪੂਰਵਕ ਨਹੀਂ ਪੜ੍ਹਦੀ। ਭਾਖੈ, ਭਾਖਿਆਂ ਦਾ ਕਹਿਣਾ ਪੜ੍ਹਨਾ ਵੀ ਗ੍ਰੰਥ ਹੋਤ ਹੁੰਦਿਆਂ ਹੋਇਆਂ ਵੀ ਤੇ ਭਾਖੈ ਪੜ੍ਹਦੀ ਨਹੀਂ ਹੈ। ਜਿਹੜੀ ਜ਼ਬਾਨ ਕੋਈ ਰਸਨਾ ਕੁਝ ਕਹਿੰਦੀ ਨਹੀਂ ਹੈ, ਜਾਂ ਗ੍ਰੰਥ ਹੇਤ ਭਾਖੈ ਨਾ ਭਾਖੈ ਨਹੀਂ, ਇਹ ਵੀ ਪਾਠ ਹੈਗਾ। ਹੋਤ ਦੀ ਥਾਂ ਹੇਤ ਵੀ ਹੈ। ਵੀ ਗ੍ਰੰਥ ਧਾਰਮਿਕ ਗ੍ਰੰਥ ਅਨੇਕਾਂ ਆ, ਪਰਮਾਰਥ ਵਾਸਤੇ ਗਿਆਨ ਵਾਸਤੇ। ਉਹਨਾਂ ਦੇ ਹੁੰਦਿਆਂ ਹੋਇਆਂ ਵੀ ਜਿਹੜੀ ਰਸਨਾ ਹੇਤ ਕਹੀਏ ਪ੍ਰੇਮ ਨਾਲ ਕਹਿਣਾ ਨਹੀਂ ਜਾਣਦੀ, ਪੜ੍ਹਨਾ ਨਹੀਂ ਜਾਣਦੀ, ਪ੍ਰੇਮ ਪੂਰਵਕ ਹੋ ਕੇ ਪੜ੍ਹਦੀ ਨਹੀਂ ਹੈ,
ਵਹਿ ਰਸਨਾ ਕਿਹ ਕਾਮ। ਕਹਿੰਦੇ ਦੱਸੋ ਭਾਈ, ਵਹਿ ਕਹੀਏ ਉਹ, ਰਸਨਾ ਜ਼ਬਾਨ, ਕਿਹ ਕੰਮ, ਕਿਸ ਕਾਮ ਕਹੀਏ ਕਾਮ, ਕਿਹ ਕੰਮ ਹੈ ਜ਼ਬਾਨ। ਤੁਲਸੀ ਜੀ ਕਹਿੰਦੇ ਆ, ਤੁਲਸੀ ਰਸਨਾ ਤਉ ਭਲੀ, ਜਾਂ ਮੁਖ ਉਚਰੇ ਰਾਮ। ਜ਼ਬਾਨ ਤੇ ਕਹਿੰਦੇ ਤਾਂ ਚੰਗੀ ਜੇ ਮੁਖੋਂ ਰਾਮ ਰਾਮ ਉਚਾਰਦੀ, ਨਾਹੀ ਤਾਂ ਕਾਢ ਨਿਕਾਰੀ ਹੈ, ਨਹੀਂ ਤਾਂ ਕਹਿੰਦੇ ਕੱਢ ਕੇ ਬਾਹਰ ਮੂੰਹ 'ਚ ਰੱਖ ਦਈਏ ਇਹਨੂੰ। ਮੁਖ ਮੈਂ ਭਲੋ ਨਾ ਚਾਮ, ਮੁਖ ਵਿੱਚ ਤੇ ਚੰਮ ਭਲਾ ਹੀ ਨਹੀਂ ਹੈ। ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀ ਹੈ। ਜਿਹੜੀ ਰਸਨਾ ਹੈ ਜੋ ਕੋਹ ਦੇ ਕਰਦੀ ਨਹੀਂ ਆ, ਖਾਣ ਪੀਣ ਬੜਾ ਮਰਦੀ ਆ। ਸੱਚੇ ਪਾਤਸ਼ਾਹ ਕਹਿੰਦੇ ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕੀਤਾ, ਹੋਰਤ ਕਿਤੈ ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ। ਵੜ ਨੂੰ ਤ੍ਰਿਸ਼ਨਾ ਲਾਗੇ ਆਏ, ਇਹੋ ਅਰਸ ਕਰਮੀ ਪਾਈਏ। ਸਤਿਗੁਰ ਮਿਲੇ ਜਿਸਾਏ ਕਹੇ ਨਾਨਕ, ਹੋਰ ਆਨ ਰਸ ਸਭ ਵੀਸਰੇ, ਜਾ ਰਵੱਸੇ ਮਨ ਆਏ। ਜਿਹੜੀ ਰਸਨਾ ਰੱਬ ਦੇ ਨਾਮ ਨੂੰ ਛੱਡੀ ਫਿਰਦੀ ਆ, ਉਹ ਰਸਨਾ ਕਿਸੇ ਕੰਮ ਨਹੀਂ ਆ। ਵਹਿ ਰਸਨਾ ਕਿਹ ਕਾਮ, ਕਿਸ ਕੰਮ ਆ। ਨਾ ਪਿਆਰੇ ਬਚਨ ਬੋਲਦੀ ਆ, ਨਾ ਸੱਚ ਕਹਿੰਦੀ ਆ, ਨਾ ਰੱਬ ਦਾ ਨਾਮ ਜਪਦੀ, ਨਾ ਕੋਈ ਗ੍ਰੰਥ ਪੜ੍ਹਦੀ ਹੈ। ਕਿਹੜੇ ਕੰਮ ਆ ਇਹ? ਜ਼ਬਾਨਾਂ ਬਹੁਤ ਤੁਹਾਨੂੰ ਮਿਲ ਜਾਣਗੀਆਂ। ਇੱਕੋ ਬੰਦੇ ਜੀ ਝੂਠ ਵੀ ਕਹੂਗਾ, ਰੱਬ ਦਾ ਨਾਮ ਵੀ ਨਹੀਂ ਲਊਗਾ, ਸਾਧੂਆਂ ਨਾਲ ਤੇ ਬਿਲਕੁਲ ਨਹੀਂ ਦਾ ਹੀ ਵਾਸਤਾ, ਗਾਣਾ ਭਾਵੇਂ ਕੱਢਦੇ ਚਾਰ, ਗ੍ਰੰਥ ਦੇ ਨੇੜੇ ਜਾਂਦਾ ਨਹੀਂ ਆ। ਜ਼ਬਾਨਾਂ ਉਹਨਾਂ ਨੂੰ ਲੱਗੀਆਂ ਹੋਈਆਂ ਬੋਲਣ ਨੂੰ ਤੇ ਦੰਦ ਕੱਢਣ ਨੂੰ, ਵਾਜਾਤ ਬੋਲ ਕੇ ਲੋਕਾਂ ਨੂੰ ਮਖੌਲ ਕਰਨ ਨੂੰ। ਉਹ ਕਿਹ ਕੰਮ ਰਸਨਾ ਅਥਵਾ ਕਿਹ ਕੰਮ ਨਹੀਂ। ਭੋਜਨ ਕਰਨਾ ਪਤਿਤ ਘਰ, ਪਤਿਤ ਹੁੰਦਾ ਪਾਪੀ ਤੇ ਪਾਪੀ ਹੁੰਦਾ ਸਾਖਤ। ਮਾਇਆ ਦਾ ਉਪਾਸ਼, ਚਿੱਤ ਦਾ ਕਠੋਰ, ਤੇ ਉਹ ਹੁੰਦਾ ਚੋਰੀ ਡਾਕੇ ਮਾਰ ਕੇ ਲੁੱਟ ਖਸੁੱਟ ਕਰਨ ਵਾਲਾ ਪਾਪੀ। ਡਿੱਗਾ ਹੋਇਆ, ਪਤਿਤ ਕਹੀਏ ਡਿੱਗਾ ਹੋਇਆ ਆਪਣੀ ਪਦਵੀ ਤੋਂ, ਪਰਮਾਰਥ ਦੇ ਰਸਤੇ ਤੋਂ, ਮਨੁੱਖ ਦੇ ਸਹੀ ਮਾਇਨੇ ਵਿੱਚ ਹੋਣ ਵਾਲੇ ਰਸਤੇ ਤੋਂ ਡਿੱਗਾ ਹੋਇਆ, ਸਿੱਧਾ ਲਾ ਲਓ ਪਾਪੀ। ਨੀਚ ਪੁਰਸ਼ ਜਿਹੜਾ ਨਮਕ ਹਰਾਮੀ, ਹਰਾਮ ਦੀ ਕਮਾਈ, ਚੋਰੀ ਡਾਕੇ ਮਾਰਦਾ, ਉਹਦੀ ਵਿਚਾਰ ਆਉਣ ਲੱਗੀ। ਹੇ ਭਾਈ, ਕਿਸੇ ਪਤਿਤ ਨੀਚ ਪਾਪੀ ਮਨੁੱਖ ਦੇ ਘਰ ਜਿਹਨੇ ਲੁੱਟ ਖਸੁੱਟ ਕੀਤੀ ਆ, ਉਹਦੇ ਘਰ ਜਾ ਕੇ ਜਿਹੜਾ ਭੋਜਨ ਕਰਨਾ, ਰੋਟੀ ਪਾਣੀ ਛਕਣਾ, ਇਹ ਤੇ ਬਹੁਤ ਮਾੜਾ। ਜੈਸਾ ਅੰਨ ਤੈਸਾ ਮਨ, ਉਹੀ ਹੋ ਜਾਂਦਾ। ਪਾਪੀ, ਚੋਰ ਡਕੈਤੀ ਕਰਨ ਵਾਲੇ ਸਾਗਤ ਪੁਰਖ ਦੇ ਘਰ ਭੋਜਨ ਕਰਨਾ। ਰਜਕ ਘਾਟ ਇਸਨਾਨ, ਰਜਕ ਨਾਮ ਧੋਬੀ ਦਾ, ਧੋਬੀ ਦੇ ਕੱਪੜੇ ਧੋਣ ਵਾਲੇ ਘਾਟ ਕਹੀਏ ਥਾਂ ਤੇ ਜਾ ਕੇ ਜਿਹੜਾ ਇਸਨਾਨ ਕਹੀਏ ਨਹਾਉਣਾ ਨੂਣਾ ਆ। ਦੋ ਚੀਜ਼ਾਂ ਆ ਗਈਆਂ। ਜਿੱਥੇ ਧੋਬੀ ਦਾ ਘਾਟ ਕੱਪੜੇ ਧੋਂਦਾ, ਉੱਥੇ ਜਾ ਕੇ ਇਸ਼ਨਾਨ ਕਰਨਾ। ਪ੍ਰਥਮ ਪਹਿਰ ਨਿਸ ਸੋਵਣਾ, ਫਿਰ ਪਹਿਲੇ ਪਹਿਰ ਰਾਤ ਦੇ ਸੌਣਾ। ਤੀਨੋਂ ਨਰਕ ਸਮਾਨ, ਇਹ ਤਿੰਨ ਗੱਲਾਂ ਨਰਕ ਦੇ ਦੁੱਖ ਭੋਗਣ ਸਮਾਨ ਆ। ਜਿਹੋ ਜਿਹੀ ਲੁੱਟ ਖਸੁੱਟ ਦੀ ਪਾਪਾਂ ਵਾਲੀ ਕਮਾਈ ਨਾਲ ਬਣਿਆ ਭੋਜਨ ਖਾਵਾਂਗੇ, ਬੁੱਧੀ ਦੇ ਖਿਆਲ ਵੀ ਉਹੋ ਜਿਹੇ ਨੀਚ ਹੋ ਜਾਣਗੇ। ਜਿਵੇਂ ਪਹਿਲਾਂ ਦੱਸਿਆ, ਜੈਸਾ ਅੰਨ ਤੈਸਾ ਮਨ। ਦਸਾਂ ਨੌਵਾਂ ਦੀ ਕਿਰਤ ਕਮਾਈ ਕੀਤੀ ਹੋਗੀ, ਉਹ ਭੋਜਨ ਕੰਮ ਕਰੂਗਾ। ਸੱਜਣ ਜਿਹਦਾ ਨਾਮ ਠੱਗ ਸੀ, ਜਿਹਦਾ ਨਾਮ ਸੱਜਣ ਸੀ, ਹੈ ਠੱਗ। ਉਹਦੇ ਘਰ ਦਾ ਗੁਰੂ ਸਾਹਿਬ ਨੇ ਤਾਂ ਹੀ ਨਹੀਂ ਕਰਦਾ, ਮਿਹਨਤ ਦੀ ਕਮਾਈ ਨਹੀਂ ਸੀ ਬਹੁਤ, ਪਰ ਪੰਜ ਕਰ ਪਰ ਧਿਆਨ ਲਿਆਵੇ, ਉਹ ਹਾਲਤ ਸੀ, ਲੋਕਾਂ ਨੂੰ ਮਾਰਦਾ ਸੀ। ਭਾਈ ਲਾਲੋ ਦੀ ਮਿਹਨਤ ਦੀ ਕਮਾਈ, ਮਾਲ ਨੇ ਪ੍ਰਸ਼ਾਦਾ ਛਕਿਆ, ਗੁਰੂ ਸਾਹਿਬ ਨੇ ਤਾਂ ਹੀ ਛਕਿਆ। ਇਸੇ ਤਰ੍ਹਾਂ ਹੀ ਧੋਬੀ ਜਿੱਥੇ ਕੱਪੜੇ ਧੋਂਦਾ, ਉੱਥੇ ਨਹਾਉਣਾ ਚੰਗਾ ਨਹੀਂ ਆ, ਕਿਉਂਕਿ ਉੱਥੇ ਤਰ੍ਹਾਂ ਤਰ੍ਹਾਂ ਦੇ
ਕੱਪੜੇ ਧੋਂਦਾ, ਗ੍ਰਸਤੀਆਂ ਦੇ ਵੀ, ਬੱਚਿਆਂ ਦੇ ਵੀ, ਤੇ ਉੱਥੇ ਗੰਦ ਹੀ ਨਿਰਾ। ਚਮੜੀ ਨੂੰ ਰੋਗ ਹੋ ਲੱਗ ਸਕਦੇ ਆ, ਖੁਰਕ ਪੈ ਸਕਦੀ ਆ, ਫਿਰ ਅਗਲੇ ਦੀ ਗੰਦਗੀ ਮੂੰਹ 'ਚ ਜਾ ਸਕਦੀ ਆ, ਵਿਸ਼ੇ ਭੋਗਾਂ ਦੀ। ਕੱਪੜੇ 'ਚ ਕੁਝ ਵੀ ਹੋ ਸਕਦਾ। ਤੇ ਰਾਤ ਦੇ ਪਹਿਲੇ ਪਹਿਰ ਵਿੱਚ ਪੂਜਾ ਪਾਠ ਕਰਨ ਦਾ ਸਮਾਂ ਹੁੰਦਾ, ਤੇ ਜੋ ਉਸ ਵੇਲੇ ਸੌਂ ਜਾਂਦਾ, ਰਹਿ ਰਾਸ ਦਾ ਵੇਲਾ ਹੁੰਦਾ, ਤੇ ਸੌਣ ਡਿਆ, ਉਹ ਨਰਕ 'ਚ ਹੀ ਤਿੰਨੋਂ ਨਰਕ ਸਮਾਨ ਹੈ। ਤਿੰਨੇ ਗੱਲਾਂ ਨਰਕ ਸਮਾਨ ਹੈ, ਨਰਕ ਨੂੰ ਜਾਊਗਾ। ਅਸਲ ਵਿੱਚ ਜੇ ਤੱਤ ਕੱਢੀਏ, ਦਿਨ ਦੇ ਪਹਿਰ ਮਹਾਰਾਜ ਨੇ ਮਨਾ ਕੀਤਾ, ਤੜਕੇ ਤੇ ਵੀ ਉਦੋਂ ਨਹੀਂ ਸੌਣਾ 3 ਤੋਂ 6, ਸ਼ਾਮਾਂ ਨੂੰ 6 ਤੋਂ 9, ਇਹ 2 ਪਹਿਰ ਨਹੀਂ ਸੌਣਾ। ਹਾਂਜੀ, ਤੇ ਮਤਲਬ ਅਸਲ ਵਿੱਚ ਨਾ ਬੰਦੇ ਨੂੰ 6 ਘੰਟੇ ਸੌਣਾ ਲਾਜ਼ਮੀ ਆ। ਚਾਣਕ ਰਿਸ਼ੀ ਨੇ ਲਿਖਿਆ ਰਾਤ ਦੇ ਪਹਿਲੇ ਪੈਰ ਨਹੀਂ ਸੌਣਾ, ਤੇ ਸ਼ਾਮਾਂ ਦੇ ਵੀ ਜਿਹੜੇ ਅਖੀਰਲੇ ਪੈਰੇ ਨਹੀਂ ਸੌਣਾ ਚਾਹੀਦਾ। ਕੰਮ ਧੰਦੇ ਦਾ ਟਾਈਮ ਆ, ਉਦੋਂ ਇਸ਼ਨਾਨ ਪਾਣੀ ਕਰਕੇ ਰਹਿ ਰਸ ਪ੍ਰਾਰੰਭ ਕਰਨੀ ਹੁੰਦੀ। 3 ਤੋਂ 6, 3 ਤੋਂ 6 ਸ਼ਾਮ ਦੇ ਨਹੀਂ ਸੌਣਾ। ਸ਼ਾਮ ਨੂੰ 6 ਤੋਂ 9 ਬਿਲਕੁਲ ਨਹੀਂ ਸੌਣਾ, ਕਿਉਂਕਿ ਤੇ ਪਹਿਲਾ ਪਹਿਰ ਆ, ਰੋਟੀ ਪਾਣੀ ਦਾ ਟਾਈਮ ਜਿਹੜਾ ਉਹ ਵੇਲੇ ਸੌਂਦਾ ਨੂੰ ਬੰਦਾ ਨਹੀਂ ਕਿਹਾ ਜਾਂਦਾ। ਫਿਰ ਸਵੇਰੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਨੇ ਮਨਾਹੀ ਕੀਤੀ 3 ਤੋਂ 6 ਤੜਕੇ, ਉਦੋਂ ਬੰਦਗੀ ਦਾ ਟਾਈਮ ਆ। ਫਿਰ ਚੜ੍ਹੇ ਦਿਨ ਗੁਰਬਾਣੀ ਗਾਉਂਦਿਆਂ ਗਾਉਂਦਿਆਂ ਗੁਰੂ ਘਰ ਸੰਗਤ ਕਰਨੀ ਆ, ਪਹਿਲਾ ਪੈਰ 9 ਵਜੇ ਤੱਕ ਫਿਰ ਨਹੀਂ ਸੌਣਾ। ਕਿੰਨੇ ਘੰਟੇ ਚਲੇ ਗਏ? 6 ਘੰਟੇ ਦੁਪਹਿਰ ਦੇ ਆ, 6 ਘੰਟੇ ਰਾਤ ਦੇ ਬਚਦੇ ਸਾਡੇ ਨੂੰ। 12 ਘੰਟੇ ਤੇ ਸਾਨੂੰ ਤਕਰੀਬਨ ਨਹੀਂ ਸੌਣਾ ਚਾਹੀਦਾ। ਉੱਪਰ 12 ਘੰਟੇ ਬਣਦੇ ਆ, ਬੰਦੇ ਨੇ ਆਪਣਾ ਕੰਮ ਵੀ ਕਰਨਾ। ਸੋ 6 ਘੰਟੇ ਰਾਤ ਦੇ ਜਿਹੜੇ ਆ ਉਹ ਵੀ ਬਹੁਤ ਜ਼ਿਆਦੇ ਆ। ਇੱਕ ਸਰਸਰੀ ਤੌਰ 'ਤੇ ਗਿਆ, ਉਹ ਵੀ ਨੀਂਦ ਬਹੁਤੀ ਆ 6 ਘੰਟੇ, ਪਰ 6 ਘੰਟੇ ਸਹੀ ਤੌਰ 'ਤੇ ਸੌਣਾ ਚਾਹੀਦਾ ਵਾ। ਪਰਮਾਰਥ ਦੇ ਮਹਾਂਪੁਰਸ਼ ਤੇ ਘੰਟਾ ਵੀ ਨਹੀਂ ਸੌਂਦੇ ਕਈ ਬੰਦਗੀ ਵਾਲੇ। 6 ਘੰਟੇ ਸੌਂ ਕੇ 18 ਘੰਟੇ ਸਿਮਰਨ ਚਾਹੀਦਾ ਬੰਦੇ ਦਾ ਹਮੇਸ਼ਾ ਰੋਜ਼ ਦਾ। 18 ਘੰਟੇ ਜਾਗਣਾ, 18 ਘੰਟੇ ਕੰਮ ਧੰਦਿਆਂ ਵਿੱਚ ਰਹਿੰਦਿਆਂ ਪਰਮੇਸ਼ਰ ਨਾਲ ਜੁੜਨਾ, ਪ੍ਰਤੱਖ 18 ਘੰਟੇ ਸਿਮਰਨ ਜ਼ਰੂਰ ਚਾਹੀਦਾ। ਲੋਕਾਂ ਦਾ ਤਾਂ ਨਾ ਸਵੇਰੇ ਆ, ਸਾਡਿਆਂ ਦਾ, ਸਾਡੇ ਲੋਕਾਂ ਦਾ ਨਾ ਸਵੇਰੇ ਨਾ ਰਾਤ ਆ। ਸਵੇਰੇ ਉੱਠਣਾ ਨਹੀਂ ਹੈ, ਤੜਕੇ ਵੀ ਨਹੀਂ ਉੱਠਣਾ, 9 ਵਜੇ ਤੱਕ ਨਹੀਂ ਉੱਠਣਾ, ਉਹ ਵੀ 2 ਪਹਿਰ ਖਾ ਜਾਣੇ। ਸ਼ਾਮਾਂ ਨੂੰ ਰੁੱਚ ਮੰਡਲੀ ਕਰਦਿਆਂ ਕਰਦਿਆਂ ਪੈ ਜਾਣਾ ਵੇਲੇ ਨਾਲ ਹੀ, ਜਾਂ TV ਵੇਖੀ ਜਾਣ। ਇਸ ਤਰ੍ਹਾਂ ਸਮਾਂ ਗੁਜ਼ਾਰ ਦਿੰਦੇ, ਲੰਘਾ ਦਿੰਦੇ ਆ। ਇਹ ਨਰਕ ਸਮਾਨ ਹੈ, ਨਰਕ ਜੀ ਪਿਆ ਸਮਝ ਲਓ ਬੰਦੇ ਨੂੰ। ਉਹਨੂੰ ਬੰਦਾ ਨਹੀਂ ਕਿਹਾ ਜਾਂਦਾ। ਇਹ ਤੇ ਜ਼ਿੰਦਗੀ ਵਿੱਚ ਦੁੱਖ ਭਰਨ ਵਾਲੀਆਂ ਗੱਲਾਂ, ਕਿਆ ਆਇਆ ਕਿਆ ਨਾ ਆਇਆ ਸੰਸਾਰ ਤੇ ਬੰਦਾ। ਉਹ ਦੋਹਰਾ ਜਿਸ ਕਿਸ ਕੇ ਘਰ ਜਾਏ ਕੈ ਪਾਠ ਦੇ ਕੱਕੇ ਨੂੰ ਦਲਾਵਾਂ ਲਾ ਲੈਣੀਆਂ। ਜਿਸ ਕਿਸ ਜਣੇ ਖਣੇ ਦੇ, ਜਿੱਥੇ ਜਿਸੇ ਕਿਸੇ ਵੀ, ਭਾਵ ਐਰੇ ਗਹਿਰੇ ਜਣੇ ਖਣੇ ਜਿੱਥੇ ਕਿੱਥੇ ਵੀ, ਉਹ ਕਿਤੇ ਜਿਸ ਕਿਸੇ ਜਣੇ ਖਣੇ ਦੇ ਘਰ ਜਾਏ ਕਹਿ ਕੇ ਜਾ ਕੇ ਨਾ ਕਿਛ ਪੀਏ ਨਾ ਖਾਏ। ਨਾ ਤੇ ਬੰਦਾ ਪੀਵੇ ਨਾ ਕੁਝ ਖਾਏ, ਨਾ ਕੁਝ ਪੀਵੇ ਨਾ ਖਾਏ ਨਾ ਖਾਵੇ। ਹਾਂਜੀ, ਇਹ ਗੱਲਾਂ ਬਣੀਆਂ ਸਮਝਦਾਰੀ ਵਾਸਤੇ ਕਹੀਆਂ। ਅਰ ਮੈਥਨ ਵੀ ਨਾ ਕਰੇ, ਫਿਰ ਐਰੇ ਘਰ ਜਾ ਕੇ ਖਾਣ ਪੀਣ ਤੇ ਕਿੱਧਰ ਆ ਰਿਹਾ। ਕਿਸੇ ਦੇ ਘਰ ਜਾ ਕੇ ਮੈਥਨ ਜਿਹੜਾ ਇਸਤਰੀ ਭੋਗ ਆ ਨਾ, ਉਹ ਵੀ ਨਾ ਕਰੇ। ਭਾਵ ਹਰੇਕ ਘਰ ਜਾ ਕੇ ਭੋਗੀ ਨਾ ਹੋਇਆ ਰਹੇ। ਇਸਤਰੀ ਨਾਲ ਸਰੀਰਕ ਸੰਬੰਧ ਬਿਲਕੁਲ ਨਾ ਬਣਾਵੇ। ਕਰੈ ਤੋ ਦੁਖੀ ਹੋ ਜਾਏ। ਜੇ ਇਹੋ ਜਿਹਾ ਕੰਮ ਕਰੂਗਾ ਬੰਦਾ, ਹਾਂਜੀ, ਉਹ ਦੁਖੀ ਹੋ ਜਾਊਗਾ।
ਉਹ ਦੁਖੀ ਹੋ ਜਾਊਗਾ। ਜੇ ਕਰ ਹੈ, ਜੇ ਕਰੂਗਾ ਤਾਂ ਫਿਰ ਜਿਹੜਾ ਦੁਖੀ ਹੋ ਜਾਊਗਾ, ਕਲੰਕ ਲੱਗ ਜਾਊਗਾ। ਚਾਣ ਕੇ ਰਿਸ਼ੀ ਜੀ ਕਹਿਣ ਦਾ ਇਹ ਮਤਲਬ ਆ, ਬਿਨਾਂ ਸੋਚੇ ਸਮਝੇ ਕਿਸੇ ਦੇ ਘਰ ਦਾ ਖਾਣਾ ਪੀਣਾ ਨੀਤੀ ਤੋਂ ਉਲਟਿਆ ਕੋਈ ਕੁਝ ਪਾ ਸਕਦਾ ਖਾਣੇ 'ਚ ਹੈ। ਲੋਕ ਕਈ ਕੁਝ ਕਰਦੇ ਕਰਾਉਂਦੇ ਆ, ਜਾਣਕਾਰੀ ਨਹੀਂ, ਐਵੇਂ ਨਹੀਂ ਜਿੱਥੇ ਮਰਜ਼ੀ ਖਾਣ ਲੱਗ ਪੈਣਾ। ਕਾਹਦਾ ਕਿੱਦਾਂ ਉਹਨੇ ਬਣਾਇਆ, ਕੀ ਉਹਨੇ ਮਰਿਆਦਾ ਉਹਦੀ ਸਹੀ ਢੰਗ ਨਾਲ ਬਣਾਇਆ ਵਾ ਜਾਂ ਨਹੀਂ ਬਣਾਇਆ, ਕਿੱਥੋਂ ਲੈ ਆਂਦਾ। ਇਸ ਕਰਕੇ ਜਿੱਥੇ ਆਪਣਾ ਕੋਈ ਮੇਲ ਜੋਲ ਨਹੀਂ ਆ, ਉੱਥੋਂ ਖਾਣਾ ਪੀਣਾ ਨਹੀਂ ਚਾਹੀਦਾ, ਕਿਉਂਕਿ ਅਗਲੇ ਦੀ ਮਰਿਆਦਾ ਨਹੀਂ ਜਾਣਦਾ। ਜਿੱਥੇ ਪਤਾ ਹੋਵੇ ਆਪਣਾ ਜਾਣਕਾਰੀ ਇਹ ਸਫਾਈ ਰੱਖਦੇ ਆ, ਉੱਥੇ ਜਾ ਕੇ ਖਾ ਲੈਣਾ ਚਾਹੀਦਾ। ਜਣੇ ਖਣੇ ਦੇ ਘਰ ਜਾ ਕੇ ਨਾ ਕੁਝ ਪੀਵੇ ਨਾ ਖਾਵੇ, ਔਰ ਮੈਥੁਨ ਵੀ ਨਾ ਕਰੇ ਹੈ। ਅਗਲੇ ਦੇ ਮਨ ਦੀ ਭਾਵਨਾ ਆਪਾਂ ਨਹੀਂ ਜਾਣ ਸਕਦੇ ਵੀ ਉਹ ਜ਼ਹਿਰ ਜ਼ਰੂਰ ਮਿਲਾ ਸਕਦਾ, ਤਾਂ ਕਰਕੇ ਕਹਿੰਦੇ। ਫਿਰ ਆਪਣੀ ਵਿਆਹੁਤਾ ਇਸਤਰੀ ਆ ਘਰ, ਉਹਨੂੰ ਛੱਡ ਕੇ ਐਵੇਂ ਕਿਸੇ ਆਰੇ ਗਹਿਰੇ ਦੇ ਘਰ ਜਾ ਕੇ ਹੈਂ, ਤੇ ਜਿੱਦਾਂ ਡੇਰੇ ਬਣੇ ਹੋਏ, ਅੱਡੇ ਬਣੇ ਹੋਏ, ਕੋਠੀਆਂ ਬਣੀਆਂ ਹੋਈਆਂ, ਉੱਥੇ ਜਾ ਕੇ ਸਰੀਰਕ ਸੰਬੰਧ ਨਾ ਕਰੇ। ਕਿਉਂ? ਕਰੇ ਤਾਂ ਦੁਖੀ ਹੋ ਜਾਏ, ਜੇ ਕਰੂਗਾ ਤਾਂ ਦੁਖੀ ਹੋ ਜਾਊਗਾ। ਬਿਮਾਰੀਆਂ ਚੱਲੀਆਂ ਏਡਜ਼ ਵਰਗੀਆਂ ਤੇ ਫਿਰ ਉਹ ਬਿਮਾਰੀ ਹੋਣੀ ਆ। ਅਗਲੇ ਨੇ ਕਈਆਂ ਨਾਲ ਜਿਹੜਾ ਭੋਗ ਕੀਤਾ, ਅਗਲੇ ਨੂੰ ਕੀਤਾ ਕਿਹੜੀ ਬਿਮਾਰੀ ਹੈ, ਫਿਰ ਆਪਾਂ ਨੂੰ ਵੀ ਹੋ ਸਕਦੀ। ਗੁਰੂ ਸਾਹਿਬ ਨੇ ਤਾਈਓ ਹੀ ਇਹ ਜ਼ੋਰ ਦਿੱਤਾ ਗੱਲ ਤੇ ਦਸਮ ਗ੍ਰੰਥ ਸਾਹਿਬ ਵਿੱਚ, ਨਿਜ ਨਾਰੀ ਕੇ ਸਾਥ ਨੇਹੋ ਤੁਮ ਨਿਤ ਵਿਡਾਈਯੋ, ਪਰ ਨਾਰੀ ਸੇਜ ਭੂਲ ਸੁਪਨੇ ਹੂੰ ਨਾ ਜਾਈਯੋ। ਪਰ ਨਾਰੀ ਦੇ ਸੁਪਨੇ ਵਿੱਚ ਵੀ ਸੇਜਾ ਤੇ ਭੁੱਲ ਕੇ ਨਹੀਂ ਜਾਣਾ। ਆਪਣੀ ਘਰਵਾਲੀ ਨਾਲ ਸਾਥ ਤੁਸੀਂ ਹਮੇਸ਼ਾ ਵੱਧ ਤੋਂ ਵੱਧ ਵਧਾਓ। ਸਗੋਂ ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਿਖਾਣ। ਧੀਆਂ ਭੈਣਾਂ ਜੇ ਜਾਣੋਗੇ, ਆਪਣੀ ਇਸਤਰੀ ਨਾਲ ਰਹੋਗੇ ਤੇ ਜਤੀ ਹੋ ਕੇ ਰਹੋਗੇ। ਇੱਕ ਨਾਰੀ ਤੇ ਰਹਿਣਾ ਜਤੀ ਹੋਣਾ ਵਾ, ਇਹਨੂੰ ਜਤੀ ਕਿਹਾ ਜਾਂਦਾ। ਤੇ ਪਰਾਇਆਂ ਦੀ ਧੀਆਂ ਭੈਣਾਂ ਨੂੰ ਆਪਣੀਆਂ ਸਮਝਣ, ਫਿਰ ਉਹ ਮਾਰ ਨਹੀਂ ਖਾਂਦੀ। ਦੋਹਰਾ ਮੀਠੇ ਦੁਰਜਨ ਮੀਠੇ ਬਚਨ ਕਹਿ, ਖੋਟਾ ਆਦਮੀ ਅਗਰ ਮਿੱਠੇ ਮਿੱਠੇ ਬੋਲ ਸੁਣਾਵੇ, ਦੁਰਜਨ ਭੈੜਾ ਆਦਮੀ, ਮਾੜਾ ਆਦਮੀ, ਖੋਟਾ ਜੇ ਮਿੱਠੇ ਬਚਨ ਕਹਿਣ ਲੱਗ ਜਾਵੇ, ਕਹੇ ਸੁਣਾਵੇ ਮਹਾਰਾਜ ਕਿਵੇਂ ਹੋ, ਤਾਉ ਨਾ ਕਰੋ ਇਤਬਾਰ, ਤਾਉ ਕਹੀਏ ਤਦ ਵੀ ਉਹਦਾ ਇਤਬਾਰ ਨਾ ਕਰੋ, ਯਕੀਨ ਨਾ ਕਰੋ, ਭਰੋਸਾ ਨਾ ਕਰੋ, ਵਿਸ਼ਵਾਸ ਨਾ ਕਰੋ। ਅੰਮ੍ਰਿਤ ਉਸ ਕੀ ਰਸਨ ਮੈਂ, ਕਿਉਂਕਿ ਉਹਦੀ ਜੀਭ ਤੇ ਕੇਵਲ ਮਿਠਾਸ ਹੈ। ਅੰਮ੍ਰਿਤ ਵਰਗੇ ਬਚਨ ਉਹਦੀ ਰਸਨਾ ਵਿੱਚ ਹੀ ਆ, ਅੰਦਰ ਅੰਮ੍ਰਿਤ ਨਹੀਂ ਆ। ਹਿਰਦੇ ਮੈਂ ਵਿਖਸਾਰ, ਹਿਰਦੇ ਵਿੱਚ ਦਿਲ ਵਿੱਚ ਤੇ ਜਿਹੜੀ ਵਿਖ ਜ਼ਹਿਰ ਆ ਨਾ, ਉਹ ਜ਼ਹਿਰ ਜਾਂ ਸਾਰ ਕਹੀਏ ਸਾਰੀ ਭਰੀ ਹੋਈ, ਭਰਪੂਰ ਲਬਾ ਲਬ ਜ਼ਹਿਰ ਹੀ ਭਰੀ ਹੋਈ। ਅੰਦਰ ਉਹਦੇ ਜ਼ਹਿਰ ਆ, ਉੱਤੋਂ ਹੀ ਮਿੱਠਾ ਆ। ਮੂੰਹ ਮੈਂ ਰਾਮ ਰਾਮ, ਬਗਲ ਮੈਂ ਛੁਰੀ। ਦੂਸਰਾ ਪਾਠ ਸਾਰ ਦੀ ਥਾਂ ਮਾਰ ਵੀ ਕਰਦੇ ਵੀ ਹਿਰਦੇ ਵਿੱਚ ਉਹਦੇ ਨਾ ਮਾਰ ਕਰਨ ਵਾਲੀ ਜਿਹੜੀ ਆ ਨਾ, ਹਿਰਦੇ ਵਿੱਚ ਮਾਰ ਕਰਨ ਵਾਲੀ ਵਿਖ ਜ਼ਹਿਰ ਆ, ਤੁਹਾਨੂੰ ਮਰਵਾ ਦੂਗਾ। ਉਹਦੇ ਮਿੱਠੇ ਬਚਨ ਹੀ ਤੁਹਾਨੂੰ ਖਿੱਚ ਕੇ ਖੜਨ ਲੱਗੇ ਆ। ਹਿਰਦੇ ਮੈਂ ਵਿਖ ਸਾਰ ਕਈ ਸਿਧਾਂਤ ਸਮਝ ਲਓ, ਉਹਦੇ ਹਿਰਦੇ ਵਿੱਚ ਵਿਖ ਜ਼ਹਿਰ ਆ। ਮੂੰਹ ਮੈਂ ਰਾਮ ਰਾਮ, ਬਗਲ ਮੈਂ ਛੁਰੀ, ਇਹ ਹਾਲਤ ਆ ਉਹਦੀ। ਇਹ ਤਸੇਰੀ ਚਾਣ ਕੈ ਰਾਜ, ਨੀਤ ਨਾਮ 15ਵਾਂ ਅਧਿਆਏ। ਇੱਥੇ ਸ਼੍ਰੋਮਣੀ ਚਾਣਕੇ ਰਾਜਨੀਤੀ ਨਾਮੇ ਗ੍ਰੰਥ ਦੇ 15 ਅਧਿਆਏ ਸਮਾਪਤ ਹੋਏ। ਇਵੇਂ ਵੀ ਆਉਂਦਾ ਹੈ ਤਸੇਰੀ ਚਾਣਕੇ ਰਾਜਨੀਤ ਨਾਮ ਗ੍ਰੰਥ 5-10ਵਾਂ ਅਧਿਆਏ। 5-10ਵਾਂ ਸਮਝ ਲਓ, 5, 10, 15 ਤੇ 15ਵਾਂ 15।
15 ਅਧਿਆਏ ਇੱਥੇ ਇਤੀ ਕਹੀਏ ਸਮਾਪਤ ਹੁੰਦੇ ਆ। ਸੋ 15 ਅਧਿਆਏ ਸਮਾਪਤ ਹੋ ਗਏ। ਇੱਕ ਅਧਿਆਏ ਹੋਰ ਰਹਿ ਗਿਆ। ਉਹਦੀ ਸਮਾਪਤੀ ਹੋਣ ਤੋਂ ਬਾਅਦ ਚਾਣਕੇ ਰਾਜਨੀਤੀ ਗ੍ਰੰਥ ਜਾਂ ਰਾਜਨੀਤੀ ਚਾਣਕਾਨਾਮੇ ਗ੍ਰੰਥ ਸਮਾਪਤ ਹੋ ਜਾਏਗਾ, ਜਿਹਨੂੰ ਆਪਾਂ ਕੋਈ ਦਿਨਾਂ ਤੋਂ ਲੱਗੇ ਹਾਂ। ਸੋ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀ। ਦੋਹਰਾ ਦੁਰਜਨ ਮੀਠੇ ਬਚਨ ਕਹਿ, ਤਉ ਨਾ ਕਰਹੁ ਇਤਬਾਰ। ਅੰਮ੍ਰਿਤ ਉਸ ਕੀ ਰਸਨ ਮੈਂ, ਹਿਰਦੇ ਮੈਂ ਬਿਖਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।